ਖਾਲਸਾ ਵਾਹਿਗੁਰੂ जी की फतेह। सत्कारयोग साध संगत जी, गुर फतेह प्रवान करो। वाहिगुरू जी का खालसा, वाहिगुरू जी की फतेह। आप सारिਆਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਰਪੁਰਬ ਦੀ ਵਧਾਈ ਦਿੰਦਿਆਂ ਹੋਇਆਂ ਕੁਝ ਵਿਚਾਰ ਸਾਂਝੇ ਕਰਨ ਦਾ ਪ੍ਰੋਗਰਾਮ ਬਣਿਆ ਹੈ। ਅਸੀਂ ਆਮ ਤੌਰ 'ਤੇ ਕਹਿੰਦੇ ਹਾਂ ਕਿ ਸਿੱਖ ਧਰਮ ਇੱਕ ਵਿਲੱਖਣ ਧਰਮ ਹੈ। ਕੀ ਵਿਲੱਖਣਤਾ ਹੈ ਇਸ ਵਿੱਚ? ਉਸ ਸਮੇਂ ਜਦੋਂ ਗੁਰੂ ਨਾਨਕ ਸਾਹਿਬ ਇਸ ਸੰਸਾਰ ਵਿੱਚ ਆਏ ਤਾਂ ਜੀਵਨ ਨੂੰ 4 ਭਾਗਾਂ ਵਿੱਚ ਵੰਡਿਆ ਗਿਆ ਸੀ ਅਤੇ ਸਮਾਜ ਨੂੰ ਵੀ 4 ਭਾਗਾਂ ਵਿੱਚ ਵੰਡਿਆ ਗਿਆ ਸੀ। ਜੀਵਨ ਨੂੰ 4 ਭਾਗਾਂ ਵਿੱਚ ਵੰਡਿਆ ਗਿਆ ਕਿ ਪਹਿਲੇ ਵਿਦਿਆਰਥੀ ਦਾ ਜੀਵਨ ਹੈ, ਫਿਰ ਗ੍ਰਸਤੀ ਦਾ ਜੀਵਨ ਹੈ, ਸੰਨਿਆਸੀ ਦਾ ਜੀਵਨ ਹੈ, ਵਾਨਪ੍ਰਸਥ ਦਾ ਜੀਵਨ ਹੈ। ਅਤੇ ਸਮਾਜ ਨੂੰ 4 ਹਿੱਸਿਆਂ ਵਿੱਚ ਵੰਡਿਆ ਗਿਆ ਸੀ: ਖੱਤਰੀ, ਬ੍ਰਾਹਮਣ, ਸ਼ੂਦਰ ਅਤੇ ਵੈਸ਼। ਹੁਣ ਗੁਰੂ ਨਾਨਕ ਸਾਹਿਬ ਇੱਕ ਅਕਾਲ ਪੁਰਖ ਦੇ ਉਪਾਸ਼ਕ ਸਨ। ਅਕਾਲ ਪੁਰਖ ਇੱਕ ਕਿਵੇਂ ਵੰਡੀਆਂ ਦਾ ਮੁਦਈ ਹੋ ਸਕਦਾ ਹੈ? ਕਿਵੇਂ ਇੱਕ ਅਕਾਲ ਪੁਰਖ ਏਕਤਾ ਦਾ ਮੁਦਈ ਹੈ, ਵੰਡੀਆਂ ਦਾ ਮੁਦਈ ਨਹੀਂ? ਸੋ ਇਹ ਏਕਤਾ ਗੁਰੂ ਨਾਨਕ ਸਾਹਿਬ ਨੇ ਸਮਾਜ ਦੇ ਵਿੱਚ ਅਤੇ ਜੀਵਨ ਦੇ ਵਿੱਚ, ਜੀਵਨ ਵਿੱਚ ਵੀ ਏਕਤਾ ਨਹੀਂ ਸੀ। ਗੁਰੂ ਨਾਨਕ ਸਾਹਿਬ ਨੇ ਜੀਵਨ ਵਿੱਚ ਏਕਤਾ ਲੈ ਕੇ ਆਂਦੀ। 4 ਵਰਨ ਇੱਕ ਵਰਨ ਕਰਾਇਆ: ਗ੍ਰਸਥ ਆਸ਼ਰਮ, ਸੰਨਿਆਸ ਆਸ਼ਰਮ, ਵਿਦਿਆਰਥੀ ਜੀਵਨ ਅਤੇ ਵਾਨਪ੍ਰਸਥ। ਸਾਰੇ ਆਸ਼ਰਮਸ ਨੂੰ ਉਹਨਾਂ ਨੇ ਇੱਕ ਕਰਕੇ ਦਿਖਾ ਦਿੱਤਾ। ਜਦੋਂ ਗੁਰੂ ਨਾਨਕ ਸਾਹਿਬ ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ। ਗੁਰੂ ਨਾਨਕ ਸਾਹਿਬ ਸਾਨੂੰ ਪਤਾ ਹੈ ਕਿ 4 ਉਦਾਸੀਆਂ 'ਤੇ ਗਏ, ਸਾਰੇ ਸੰਸਾਰ ਦਾ ਭਰਮਣ ਕੀਤਾ। ਜਿੱਥੇ ਜਿੱਥੇ ਕੋਈ ਭੈੜ ਹੁੰਦਾ ਨਜ਼ਰ ਆਇਆ, ਜਿੱਥੇ ਜਿੱਥੇ ਵੀ ਕੋਈ ਭੈੜਾ ਕੰਮ ਨਜ਼ਰ ਹੁੰਦਾ ਆਇਆ, ਉੱਥੇ ਸੁਧਾਰ ਕੀਤਾ, ਲੋਕਾਂ ਨੂੰ ਸਿੱਧੇ ਰਸਤੇ ਪਾਇਆ ਅਤੇ ਚੰਗਿਆਂ ਨੂੰ ਵੀ ਸਿੱਧੇ ਰਸਤੇ ਪਾਇਆ, ਬੁਰਿਆਂ ਨੂੰ ਵੀ ਸਿੱਧੇ ਪਾਇਆ। ਕਿਉਂਕਿ ਚੰਗੇ ਬੰਦੇ ਵੀ ਇਸ ਵਿਚਾਰ ਦੇ ਹਾਮੀ ਸੀ ਕਿ ਵਾਨਪ੍ਰਸਥ ਕੀਤਾ ਜਾਏ। ਸਿੱਧ ਛੁਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਚੰਗੇ ਬੰਦੇ ਵੀ ਸੰਸਾਰ ਤੋਂ ਕਿਨਾਰਾ ਕਰ ਗਏ ਸਨ ਅਤੇ ਬੁਰਿਆਂ ਦਾ ਰਾਜ ਹੋ ਗਿਆ ਸੀ, ਬੁਰਿਆਂ ਦਾ ਬੋਲਬਾਲਾ ਹੋ ਗਿਆ ਸੀ। ਸੋ ਗੁਰੂ ਸਾਹਿਬ ਨੇ 4 ਉਦਾਸੀਆਂ ਕੀਤੀਆਂ ਸੰਸਾਰ ਨੂੰ ਸਿੱਧੇ ਰਸਤੇ ਪਾਉਣ ਲਈ। ਅਤੇ ਆਮ ਤੌਰ 'ਤੇ ਜਦੋਂ ਇੱਕ ਵਾਰੀ ਉਦਾਸੀ ਧਾਰਨ ਕਰ ਲਓ, ਉਦਾਸੀ ਮਤ ਧਾਰਨ ਕਰ ਲਓ, ਫਿਰ ਸੰਸਾਰੀ ਕੱਪੜੇ ਨਹੀਂ ਪਏ ਜਾਂਦੇ। ਸਿੱਧਾਂ ਨੇ ਵੀ ਗੁਰੂ ਸਾਹਿਬ ਨੂੰ ਕੁਝ ਪੁੱਛਿਆ ਸੀ ਕਿ ਤੁਸੀਂ ਦੁੱਧ ਵਿੱਚ ਕਾਂਜੀ ਕਿਉਂ ਪਾ ਦਿੱਤੀ ਹੈ? ਕਿ ਕਦੀ ਤੁਸੀਂ ਉਦਾਸੀ ਬਣ ਜਾਂਦੇ ਹੋ, ਕਦੀ ਗ੍ਰਸਤੀ ਬਣ ਜਾਂਦੇ ਹੋ। ਗ੍ਰਸਤੀ ਬਣ ਕੇ ਅਤੇ ਤੁਸੀਂ ਉਦਾਸੀ ਧਰਮ ਧਾਰ ਲਿਆ ਹੈ। ਪਰ ਬਾਬਾ ਜੀ ਨੇ ਇਹੋ ਹੀ ਸਾਨੂੰ ਰਸਤਾ, ਵਿਲੱਖਣ ਰਸਤਾ, ਸਿੱਖ ਧਰਮ ਦੀ ਵਿਲੱਖਣਤਾ ਹੀ ਇੱਥੇ ਹੈ ਕਿ ਇੱਥੇ ਜੀਵਨ ਵੰਡੀਆਂ ਵਿੱਚ ਦੇ ਨਹੀਂ ਵੰਡਿਆ ਹੋਇਆ। ਇੱਥੇ ਜੀਵਨ ਵਿੱਚ ਏਕਤਾ ਹੈ, ਇੱਥੇ ਸਮਾਜ ਵਿੱਚ ਏਕਤਾ ਹੈ ਅਤੇ ਜੀਵਨ ਵਿੱਚ ਵੀ ਏਕਤਾ ਹੈ। ਗ੍ਰਸਥ ਧਰਮ ਸੰਸਾਰ ਵਿੱਚ ਗ੍ਰਸਥ ਧਰਮ ਧਾਰਨ ਕਰਦਿਆਂ ਹੋਇਆਂ ਵੀ ਧਰਮ ਕਮਾਇਆ ਜਾ ਸਕਦਾ ਹੈ। ਸਗੋਂ ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਸਾਰਿਆਂ ਵਿੱਚੋਂ ਸ੍ਰੇਸ਼ਟ ਧਰਮ ਕੀ? ਹਰੀ ਦਾ ਨਾਮ ਜਪਣਾ। ਉਹ ਹਰੀ ਦਾ ਨਾਮ ਹੱਸੰਦਿਆਂ, ਖੇਡੰਦਿਆਂ, ਪਹਿਨੰਦਿਆਂ, ਖਾਵੰਦਿਆਂ ਵਿੱਚੇ ਹੋਵੇ ਮੁਕਤ। ਹੱਸਦਿਆਂ, ਖੇਡਦਿਆਂ, ਖਾਂਦਿਆਂ, ਪਾਉਂਦਿਆਂ ਵੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸੋ ਇਹ ਵਿਲੱਖਣਤਾ ਸੀ ਸਿੱਖ ਧਰਮ ਦੀ। ਜਦੋਂ ਗੁਰੂ ਨਾਨਕ ਸਾਹਿਬ ਕਿਸੇ ਦੇ ਬਹੁਤ ਟੁੱਟਦੇ ਸਨ, ਬਹੁਤ ਦਇਆਵਾਨ ਹੁੰਦੇ ਸੀ, ਬਹੁਤ ਤਰਸ ਕਰਦੇ ਸੀ, ਤਾਂ ਗੁਰੂ ਸਾਹਿਬ ਉਹਨਾਂ ਨੂੰ ਕੀ ਆਸ਼ੀਰਵਾਦ ਕੀ ਦਿੰਦੇ ਸੀ? ਤੈਨੂੰ ਕਰਤਾਰ ਚਿੱਤ ਆਵੇ। ਕਰਤਾਰ ਦਾ ਕੀ ਮਤਲਬ ਹੈ? ਕਰਤਾ ਪੁਰਖ। ਉਹ ਕਰਤਾ ਪੁਰਖ ਜੋ ਕ੍ਰੀਏਟਿਵ ਹੈ, ਉਹ ਕਰਤਾ ਪੁਰਖ ਜੋ ਡਾਇਨੇਮਿਕ ਹੈ, ਉਹ ਕਰਤਾ ਪੁਰਖ ਜੋ ਸਾਰੇ ਸੰਸਾਰ ਦਾ ਰਚਨਹਾਰਾ ਹੈ। ਉਹ ਰਚਨਹਾਰ ਅਕਾਲ ਪੁਰਖ ਕਰਤਾਰ ਜਿਸਨੇ ਕਰਤਾ ਹੈ, ਤਾਂ ਉਸਦੇ ਸਿੱਖ ਵੀ ਤਾਂ ਉਸਦੇ ਬਣਾਏ ਹੋਏ, ਸਿੱਖ ਵੀ ਤਾਂ ਉਸਦੇ ਬਣਾਇਆ ਹੋਇਆ ਸੰਸਾਰ ਵੀ ਤਾਂ ਕਰਤਾਰੀ ਹੀ ਹੋਣਾ ਚਾਹੀਦਾ ਹੈ। ਸੋ ਕਰਤਾਰ ਚਿੱਤ ਆਵੇ।
ਇਸ ਦਾ ਮਤਲਬ ਗੁਰੂ ਸਾਹਿਬ ਉਮੀਦ ਕਰਦੇ ਸੀ ਕਿ ਕਰਤਾਰ ਦੇ ਬਣਾਏ ਹੋਏ ਬੰਦੇ ਵੀ ਉਨੇ ਹੀ ਕਰਤਾਰੀ ਹੋਣ, ਉਨੇ ਹੀ ਕ੍ਰੀਏਟਿਵ ਹੋਣ, ਉਨੇ ਹੀ ਡਾਇਨਾਮਿਕ ਹੋਣ। ਉਹ ਸੰਸਾਰ ਨੂੰ ਤਿਆਗ ਕਰਕੇ ਨਾ ਜਾਣ, ਸਗੋਂ ਉਦਮ ਕਰੇਂਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਪੁੰਜ, ਧਿਆਨ ਦਿਆਂ ਤੂੰ ਪ੍ਰਭ ਮਿਲ, ਨਾਨਕ ਉਤਰੀ ਚਿੰਦ। ਉਦਮ ਕਰਕੇ ਜਿਉਣਾ ਤੇ ਕਮਾ ਕੇ ਸੁਖ ਪੁੰਜਣਾ। ਸੁਖ ਪੁੰਜਣ ਤੋਂ ਮਨਾਹੀ ਨਹੀਂ ਹੈ। ਹੱਸਣਦਿਆਂ, ਖੇਡਣਦਿਆਂ, ਪਹਿਨਣਦਿਆਂ, ਖਾਵਣਦਿਆਂ ਸੁਖ ਪੁੱਛਣ ਤੋਂ ਮੁੜਾਈ ਨਹੀਂ ਹੈ। ਜੀਵਨ ਦੇ ਸਾਰੇ ਰਸ ਗੁਰੂ ਸਾਹਿਬ ਨੇ ਆਪ ਮਾਣੇ ਅਤੇ ਉਹਨਾਂ ਨੇ ਆਪਣੇ ਸਿੱਖਾਂ ਨੂੰ ਵੀ ਐਨਕਰੇਜ ਕੀਤਾ ਕਿ ਜੀਵਨ ਦੇ ਸਾਰੇ ਰਸ ਮਾਣਨ। ਇਸੇ ਲਈ ਉਹਨਾਂ ਨੇ ਉਦਮ ਕਰਨ 'ਤੇ ਜ਼ੋਰ ਦਿੱਤਾ। ਹੁਣ ਉਦਮ ਕਰਦਿਆਂ ਜੋ ਸਾਡੇ ਸਿੱਖ ਧਰਮ ਦੇ ਮੂਲ ਸਿਧਾਂਤ ਹਨ, 3 ਮੂਲ ਸਿਧਾਂਤ ਅਸੀਂ ਜਦੋਂ ਦੱਸਦੇ ਹਾਂ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਕਿਰਤ ਆਮ ਤੌਰ 'ਤੇ ਅਸੀਂ ਕਿਰਤ ਨੂੰ ਧੰਦਾ ਸਮਝ ਲੈਂਦੇ ਹਾਂ। ਜਦੋਂ ਅਸੀਂ ਮਿਲਦੇ ਹਾਂ ਅਸੀਂ ਸਾਰੇ ਕਿਰਤੀ ਹਾਂ, ਨੌਕਰੀਆਂ ਕਰਦੇ ਹਾਂ, ਬਿਜ਼ਨਸ ਕਰਦੇ ਹਾਂ, ਵਪਾਰ ਕਰਦੇ ਹਾਂ, ਖੇਤੀ ਕਰਦੇ ਹਾਂ। ਹਰ ਇੱਕ ਦਾ ਆਪਣਾ ਮਨ ਭਾਉਂਦਾ ਜੋ ਵਪਾਰ ਕਰਦੇ ਹਾਂ, ਆਪਣਾ ਮਨ ਭਾਉਂਦਾ ਜੋ ਕਿੱਤਾ ਹੈ ਉਹ ਅਸੀਂ ਅਪਣਾ ਰਹੇ ਹਾਂ। ਅਤੇ ਫਿਰ ਅਸੀਂ ਜਦੋਂ ਮਿਲਦੇ ਹਾਂ ਤਾਂ ਕਹਿੰਦੇ ਕਿ ਜੀ ਅਸੀਂ ਤਾਂ ਧੰਦਿਆਂ ਵਿੱਚ ਪਏ ਹੋਏ ਹਨ। ਗੁਰੂ ਸਾਹਿਬ ਨੇ ਧੰਦੇ ਅਤੇ ਕਿਰਤ ਵਿੱਚ ਬੜਾ ਫਰਕ ਸਪਸ਼ਟ ਕੀਤਾ ਹੈ। ਧੰਦਾ ਉਹ ਹੈ ਜਿਹੜਾ ਸੰਸਾਰ ਮੁਖੀ ਹੋ ਕੇ ਕੀਤਾ ਜਾਏ, ਜਿਹੜਾ ਮਾਇਆ ਨੂੰ ਸਾਹਮਣੇ ਰੱਖ ਕੇ ਕੀਤਾ ਜਾਏ ਉਹ ਧੰਦਾ ਹੈ, ਅਤੇ ਜਿਹੜਾ ਕਰਤਾਰ ਨੂੰ ਸਾਹਮਣੇ ਰੱਖ ਕੇ ਕੀਤਾ ਜਾਏ ਉਹ ਕਿਰਤ ਹੈ। ਸੱਚੀ ਸੁੱਚੀ ਕਿਰਤ ਕਰਨਾ ਹੀ ਜੀਵਨ ਦਾ ਮੁੱਢਲਾ ਸਿਧਾਂਤ ਹੈ। ਇਹ ਹੀ ਸਮਾਜ ਨੂੰ, ਸਮਾਜ ਮੁਖੀ ਜੀਵਨ ਤਾਂ ਹੀ ਜੀਵਿਆ ਜਾ ਸਕਦਾ ਹੈ ਜਿੱਥੇ ਸੱਚੀ ਸੁੱਚੀ ਕਿਰਤ ਕਰਨ ਵਾਲੇ ਕਿਰਤੀ ਜੀਉੜੇ ਰਹਿੰਦੇ ਹੋਣ। ਮਖੱਟੂ ਹੋ ਕੇ ਕੰਨ ਪੜਾਏ ਵਾਲੇ ਮਨੁੱਖਾਂ ਦੀ ਇਸ ਸੰਸਾਰ ਵਿੱਚ, ਸਿੱਖ ਸੰਸਾਰ ਵਿੱਚ ਕੋਈ ਥਾਂ ਨਹੀਂ। ਉਹਨਾਂ ਨੂੰ ਉਹ ਤਾਂ ਸਮਾਜ ਉੱਤੇ ਭਾਰ ਹਨ, ਉਹਨਾਂ ਦਾ ਤਾਂ ਸਮਾਜ ਤੋਂ ਛੁਟਕਾਰਾ ਕਰਨਾ ਬਣਦਾ ਹੈ, ਉਹਨਾਂ ਦੀ ਬਲੀ ਦੇਣੀ ਬਣਦੀ ਹੈ, ਉਹਨਾਂ ਨੂੰ ਜੀਵਨ ਦੇ ਵਿੱਚੋਂ ਕੱਢਣਾ ਬਣਦਾ ਹੈ, ਕਿਉਂਕਿ ਉਹ ਸਮਾਜ ਉੱਤੇ ਭਾਰ ਹਨ। ਗੁਰੂ ਸਾਹਿਬ ਨੇ ਸਮਾਜ ਮੁਖੀ ਜੀਵਨ ਜੀਇਆ ਅਤੇ ਉਹਨਾਂ ਦਾ ਸਾਰਾ ਜ਼ੋਰ ਇੱਕ ਸੋਹਣਾ ਸਮਾਜ ਸਿਰਜਣ 'ਤੇ ਲੱਗਿਆ। ਜੇ ਅਸੀਂ ਆਪਣਾ ਇਤਿਹਾਸ ਦੇਖੀਏ ਤਾਂ ਗੁਰੂ ਨਾਨਕ ਸਾਹਿਬ ਨੂੰ ਜਦੋਂ ਗੁਰੂ ਅੰਗਦ ਸਾਹਿਬ ਮਿਲਦੇ ਹਨ, ਪਹਿਲੀ ਵਾਰੀ ਮਿਲਦੇ ਹਨ ਤਾਂ ਕਿੱਥੇ ਮਿਲਦੇ ਹਨ? ਕਰਤਾਰਪੁਰ ਸਾਹਿਬ ਵਿਖੇ। ਕਰਤਾਰਪੁਰ ਨਾਮ ਵੀ ਗੁਰੂ ਸਾਹਿਬ ਨੇ ਜਿਹੜਾ ਸ਼ਹਿਰ ਵਸਾਇਆ ਉਸ ਦਾ ਨਾਮ ਵੀ ਕਰਤਾਰਪੁਰ ਰੱਖਿਆ। ਕਰਤਾਰਪੁਰ ਕਰਤਾ ਵਸੇ। ਕਰਤਾ ਪੁਰਖ ਜੋ ਕ੍ਰੀਏਟਿਵ ਹੈ, ਜੋ ਡਾਇਨਾਮਿਕ ਹੈ, ਉਹ ਇਸ ਕਰਤਾਰਪੁਰ ਵਿੱਚ ਵਸਦਾ ਹੈ। ਅਤੇ ਇਸ ਕਰਤਾਰਪੁਰ ਵਿੱਚ ਰਹਿਣ ਵਾਲੇ ਜੀਵ ਜੀਉੜੇ ਸਿੱਖ ਵੀ ਕਰਤਾਰੀ ਪੁਰਸ਼ ਹਨ, ਉਹ ਮਿਹਨਤ ਕਰਨ ਵਾਲੇ ਹਨ। ਜਦੋਂ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਨੂੰ ਮਿਲਣ ਲਈ ਆਏ ਤਾਂ ਉਹਨਾਂ ਨੇ ਭਾਈ ਜੋਤ ਜੀ ਕੋਲੋਂ ਗੁਰਬਾਣੀ ਤਾਂ ਪਹਿਲੇ ਸੁਣੀ ਹੋਈ ਸੀ, ਮਨ ਨੂੰ ਠੰਡ ਪੈ ਗਈ ਸੀ, ਖਿੱਚੇ ਹੋਏ ਆਏ ਸਨ ਕਿ ਗੁਰਬਾਣੀ, ਜਿਸ ਗੁਰਬਾਣੀ ਦੇ ਰਚਨਹਾਰ ਨੂੰ ਮਿਲਣਾ ਹੈ, ਇਸ ਗੁਰਬਾਣੀ ਦੇ ਰਚਨਹਾਰ ਦੇ ਦਰਸ਼ਨ ਕਰਨੇ ਹਨ, ਕਿਉਂਕਿ ਉਹਨਾਂ ਨੂੰ ਇਹ ਖਿੱਚ ਪਈ ਸੀ ਕਿ ਇੱਥੋਂ ਹੀ ਮੈਨੂੰ ਜੀਵਨ ਦਾ ਅਸਲੀ ਰਸਤਾ ਮਿਲ ਸਕਦਾ ਹੈ। ਉਹ ਬੜੇ ਸਾਲਾਂ ਤੋਂ ਤੀਰਥ ਇਸ਼ਨਾਨਾਂ 'ਤੇ ਜਾ ਰਹੇ ਸਨ ਪਰ ਕਿਤੋਂ ਸ਼ਾਂਤੀ ਨਹੀਂ ਮਿਲੀ ਸੀ। ਸੋ ਕੋਲੋਂ ਲੰਘ ਰਹੇ ਹਨ, ਸੰਗ ਲੈ ਕੇ ਜਾ ਰਹੇ ਹਨ, ਦੇਵੀ ਦਾ ਸੰਗ ਲੈ ਕੇ ਜਾ ਰਹੇ ਹਨ। ਜਦੋਂ ਕਰਤਾਰਪੁਰ ਦੇ ਕੋਲੋਂ ਲੰਘੇ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਨੇੜੇ ਹੀ ਗੁਰੂ ਨਾਨਕ ਸਾਹਿਬ ਰਹਿੰਦੇ ਹਨ, ਉਹਨਾਂ ਦਾ ਨਿਵਾਸ ਇੱਥੇ ਨੇੜੇ ਹੀ ਹੈ। ਤਾਂ ਆਪਣੇ ਸੰਗੀਆਂ ਸਾਥੀਆਂ ਨੂੰ ਉੱਥੇ ਛੱਡ ਕੇ ਉਹਨਾਂ ਨੂੰ ਮਿਲਣ ਲਈ ਆਏ, ਗੁਰੂ ਨਾਨਕ ਸਾਹਿਬ ਨੂੰ ਮਿਲਣ ਲਈ ਆਏ। ਤਾਂ ਅੱਗੋਂ ਆਏ ਤਾਂ ਦੇਖਿਆ ਇੱਕ ਸਧਾਰਨ ਜਿਹਾ ਇਨਸਾਨ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਹੈ। ਗੁਰੂ ਅੰਗਦ ਸਾਹਿਬ ਨੇ ਤਾਂ ਸੋਚਿਆ ਸੀ ਕਿ ਇਤਨੇ ਵੱਡੇ ਗੁਰੂ ਹਨ, ਸਮਾਧੀ ਲਾ ਕੇ ਬੈਠੇ ਹੋਣਗੇ, ਆਸਨ ਲਾ ਕੇ ਬੈਠੇ ਹੋਣਗੇ, ਲੋਕ ਉਹਨਾਂ ਦੇ ਆਲੇ ਦੁਆਲੇ ਮੱਥੇ ਟੇਕਦੇ ਹੋਣਗੇ, ਅਤੇ ਇੱਥੇ ਇੱਕ ਸਧਾਰਨ ਇਨਸਾਨ ਮਿਲਦਾ ਹੈ ਜਿਹੜਾ ਖੇਤੀ ਕਰ ਰਿਹਾ, ਖੇਤਾਂ ਦੇ ਵਿੱਚੋਂ ਵੀਡਸ ਕੱਢ ਰਿਹਾ, ਖੇਤਾਂ ਦੇ ਵਿੱਚੋਂ ਦੀ ਨਦੀਨ ਕੱਢ ਰਿਹਾ ਹੈ। ਅਤੇ ਉਸ ਨੂੰ ਪੁੱਛਦੇ ਹਨ ਵੀ ਭਾਈ ਬਾਬਾ ਨਾਨਕ ਦਾ ਘਰ ਕਿਹੜਾ? ਅਤੇ ਉਹ ਸਧਾਰਨ ਇਨਸਾਨ ਬਾਬਾ ਅੰਗਦ, ਗੁਰੂ ਅੰਗਦ ਦੇਵ ਜੀ ਦੀ, ਬਾਬਾ ਲਹਿਣਾ ਜੀ ਦੀ, ਭਾਈ ਲਹਿਣਾ ਜੀ ਦੀ, ਉਦੋਂ ਹਾਲੇ ਗੁਰੂ ਅੰਗਦ ਦੇਵ ਜੀ ਨਹੀਂ ਬਣੇ ਸਨ, ਭਾਈ ਲਹਿਣਾ ਜੀ ਦੀ ਲਗਾਮ ਪਕੜ ਕੇ ਉਹਨਾਂ ਨੂੰ ਆਪਣੇ ਘਰ ਲੈ ਕੇ ਆਉਂਦਾ। ਅਤੇ ਉੱਥੇ ਪਤਾ ਲੱਗਦਾ ਹੈ ਕਿ ਇਹ ਸਧਾਰਨ ਕਿਸਾਨ ਹੋਰ ਕੋਈ ਨਹੀਂ ਸੀ, ਇਹ ਬਾਬਾ ਨਾਨਕ ਆਪ ਹੀ ਸੀ। ਸੋ ਅਸੀਂ ਆਮ ਤੌਰ 'ਤੇ ਫੋਟੋਆਂ ਦੇਖਦੇ ਹਾਂ ਗੁਰੂ ਨਾਨਕ ਸਾਹਿਬ ਦੀਆਂ ਕਿ ਸਮਾਧੀ ਲਾ ਕੇ ਬੈਠੇ ਹੋਏ ਹਨ, ਹੱਥ ਵਿੱਚ ਮਾਲਾ ਪਕੜੀ ਹੋਈ ਹੈ। ਕੋਈ ਇਹ ਨਹੀਂ ਦਿਖਾਉਂਦਾ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਜੀਵਨ ਦਾ ਸਫ਼ਰ ਕੰਪਲੀਟ ਕਰਨ ਦੇ ਨੇੜੇ ਸਨ, ਆਪਣਾ ਜੀਵਨ ਆਦਰਸ਼ ਉਦਾਸੀਆਂ ਪੂਰੀਆਂ ਕਰ ਚੁੱਕੇ ਸਨ,
उस वेले आके फिर बाबा आया करतारपुर, मंजी बैठ किया अवतारा, पैर संसारी कपड़े, फिर संसारी कपड़े पा लए, संसार नूं त्याग्या नहीं, उदासियां कीतियां ने। लोग समझते हैं संसार नूं त्याग्या है, पर उदासियां भी प्रभु प्रेम मानवता दे प्रेम विचों उपजियां होईयां ही उदासियां सन। उन्हां दा आदर्श भी मानवता दी सेवा ही सी। ते जदों वो आदर्श पूरा हो गया तां पैर संसारी कपड़े, मंजी बैठ किया अवतारा। सोदर आरती गावी है, फिर उत्थों दा रूटीन की है, करतारपुर दा रूटीन की है। मैं समझती हाँ जो करतारपुर का रूटीन है ना, वो गुरु नानक साहब ने एक आदर्श जीवन दिता है, आदर्श जीवन जांच दी है सिख नूं कि सोदर आरती गावी है, अमृत वेले जाप उचारा। अमृत वेले जपसी साहिब का पाठ हुंदा है, शाम वेले सोदर आरती गाई जाती है। तो सारा दिन की हुंदा है, जिथे खेती हुंदी है सारे काम, सारी संगत इकट्ठी खेती करती है, इकट्ठी लंगर पकाती है, इकट्ठी लंगर छकती है। कोई किसी का अलग कोई ओनरशिप नहीं है, सारी जमीन सांझी है, सारी उपज सांझी है, सारा रस्त सांझी है, तो सारा लंगर सांझा है। एक सांझा जीवन कॉरपोरेट लाइफ सानू गुरु साहब ने दी, जो असी उम्मीद की जाती है साडे तो कि असी वो अजिहा जीवन जीवांगे जिथे सारे किरती होण, जिथे कोई भुखा ना मिले, जिथे सारे मेहनत करन, जिथे सारे इकट्ठे मिल के खाण, ते ज्ञान गोष्ठ चर्चा सदा। सारा दिन की हुंदा है, सवेर वेले अमृत वेले जप जी, शाम वेले सोदर आरती, ते सारा दिन की हुंदा है ज्ञान गोष्ठ चर्चा सदा। सारा दिन ज्ञान की गोष्ठ हुंदी है, सत्ती पैरी सत भला बड़िया पढ़िया पास। ज्ञान दियाँ विचारां हुंदियां ने, फालतू दियां गल्लां नहीं हुंदियां, हल्कियां फुल्कियां गल्लां नहीं हुंदियां, सगों ज्ञान की गोष्ठ हुंदी है, ज्ञान की चर्चा हुंदी है। अपना मैंटल लैवल, अपना इंटलैक्चुअल लैवल जो गुरु साहब सिखां तो एक्सपैक्ट करते हैं, उन्हां दा मैंटल लैवल उच्चा चुकते हैं जदों सारा दिन ज्ञान गोष्ठ करते हैं। तो फिर गुरमुख पार, अखीरली तुक की है इस शब्द की, गुरमुख पार अथर बन तारा। अथर बन की है, अथर बन एक वेद है, 4 युग हैं अते 4 ही वेद हैं। सतयुग का वेद जो है वो ऋग्वेद है, त्रेते का युग सामवेद है, द्वापर युग का वेद यजुर्वेद है अते कलयुग का वेद अथर बन है। हुण गुरु नानक साहब कलयुग के अवतार समझे जाते हैं, जो साडे वैसे सिख धर्म विच इन्हां युगां दी कोई स्थान नहीं। सिख धर्म दे विच तां सारे तुहाडे मन की अवस्था है जिहड़े वही सतयुग है, वही कलयुग है। जे मन की अवस्था सतयुग ही है तां आले दुआले भी सतयुग है, जो अंदर है वही बाहर है। तो जे मन की अवस्था कलयुग ही है तो बाहर भी कलयुग है। सो पर फिर भी गुरु साहब ने जो उस समय का प्रचलित इतिहास सी, क्योंकि आफ्टर ऑल समझाना किसनूं सी गुरु साहब नूं ने, जिन्हां पास वो जिन्हां दे रगां दे विच इतिहास वड़िया होया सी। सो उन्हां दियां रगां तक पहुँच करन लई गुरु साहब ने इतिहास की वरतों की है। हुण कलयुग का वेद किहड़ा है? अथर्वण वेद। अथर्वण वेद की हुंदा है? जिहदे विच सारे जीवन में सुख प्राप्ति दे लई सारे कर्म कांड, जे ए सुख प्राप्त करना है तो ए दान करो, जे ए सुख प्राप्त करना है तो इन्ने वर्त रखो, जे ए सुख प्राप्त करना है तो इन्ने हवन करवाओ। इहो जे सारे रिचुअल अथर्वण वेद विच दसे गए हैं। पर गुरु साहब ने तो इन्हां सारियां रिचुअल्स नूं छड्ड के इक्को एक रस्ता दसिया है, उद्यम करेंदियां जियो तू कमाउंदियां सुख पुंज। जे सुख लेना है तो उद्यम करके जियो, ध्यानदियां तू प्रभ मिल। ये गल नहीं भुलनी, कमाना है, जीवन के सुख मानने हैं, जीवन का आनंद मानना है। जो सुख धर्म की किरत करके मिल सकते हैं उन्होंने मानना है, चंगी तरह मानना है। पर नाल ही ध्यानदियां तू प्रभ मिल, नानक उतरी चिंत। जे तू अकाल पुरख नूं ध्याएगा तो प्रभु की प्राप्ति होएगी, प्रभु नाल एकमिक हो जाएगा। जैसा सेवै तैसो होए। जे तेरे विच प्रभु नूं ध्याएगा
ਤੇਰੇ ਵਿੱਚ ਉਹੀ ਗੁਣ ਆ ਜਾਣਗੇ, ਅਕਾਲ ਪੁਰਖ ਦੇ ਗੁਣ ਹਨ ਜੋ ਤੇਰੇ ਵਿੱਚ ਆ ਜਾਣਗੇ। ਅਤੇ ਇਹੀ ਅਕਾਲ ਪੁਰਖ ਦੇ ਨਾਲ ਮੇਲ ਹੈ, ਜੇ ਅਕਾਲ ਪੁਰਖ ਦੇ ਗੁਣਾਂ ਦੇ ਨਾਲ ਇੱਕ ਮਿਕ ਹੋ ਜਾਈਏ। ਕਿਉਂਕਿ ਅਕਾਲ ਪੁਰਖ ਇੱਕ ਨਿਰੰਕਾਰੀ ਜੋਤ ਹੈ, ਉਹ ਗੁਣਾਂ ਦਾ ਸਮੂਹ ਹੈ। ਸੋ ਉਹ ਗੁਣ ਜਦੋਂ ਅਸੀਂ ਧਾਰਨ ਕਰ ਲਵਾਂਗੇ ਤਾਂ ਸਮਝੋ ਅਸੀਂ ਅਕਾਲ ਪੁਰਖ ਨਾਲ ਇੱਕ ਮਿਕ ਹੋ ਗਏ। ਧਿਆਨ ਦਿਆਂ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ। ਚਿੰਤਾ ਉਤਾਰਨ ਦਾ ਤਰੀਕਾ ਇਹ ਨਹੀਂ ਕਿ ਰਿਚੁਅਲਸ ਕੀਤੀਆਂ ਜਾਣ, ਕਈ ਤਰ੍ਹਾਂ ਦੇ ਕਿਰਿਆ ਕਰਮ ਕੀਤੇ ਜਾਣ, ਸਗੋਂ ਸੁੱਖ ਕਮਾਉਣ ਦਾ ਤਰੀਕਾ ਹੈ ਉਦਮ ਕਰਕੇ ਜੀਣਾ। ਅਤੇ ਉਦਮ ਕਰਕੇ ਜੀਣਾ, ਉਦਮ ਕਿਸ ਦਾ ਹੈ? ਕਿਰਤ ਕਰਨਾ ਹੀ ਉਦਮ ਹੈ। ਗੁਰੂ ਸਾਹਿਬ ਪੰਡਿਤ ਕਨ੍ਹਈਆ ਲਾਲ ਦੀ ਕਿਤਾਬ ਲਿਖੀ ਹੈ ਭਾਈ ਲਹਿਣਾ ਜੀ ਬਾਰੇ। ਉਹ ਕਹਿੰਦੇ ਹਨ ਉਹ ਆਪ ਕਮਾਈ ਕਰਕੇ ਖਾਂਦੇ ਸੀ। ਅਸੀਂ ਵੀ ਪੜ੍ਹਦੇ ਹਾਂ ਇਤਿਹਾਸ ਵਿੱਚ ਕਿ ਵਾਣ ਵੱਟ ਕੇ ਉਹ ਆਪਣੇ ਜੀਵਨ ਦਾ ਗੁਜ਼ਾਰਾ ਕਰਦੇ ਸੀ। ਲੰਗਰ ਵਿੱਚ ਵੀ ਭੋਜਨ ਛਕਦੇ ਸੀ, ਪਰ ਵਾਣ ਵੱਟ ਕੇ ਜਿਹੜੀ ਕਮਾਈ ਸਾਰਾ ਕੁਛ ਹੀ ਸਾਂਝਾ। ਇੱਥੇ ਕਮਾਈ ਵੀ ਸਾਂਝੀ, ਇੱਥੇ ਖਰਚਾ ਵੀ ਸਾਂਝਾ। 100% ਕਾਰਪੋਰੇਟ ਲਾਈਫ ਹੈ, ਜਿੱਥੇ ਕੋਈ ਵੰਡੀਆਂ ਨਹੀਂ ਪਾਈਆਂ। ਗੁਰੂ ਨਾਨਕ ਸਾਹਿਬ ਤੇ ਸਾਰੀਆਂ ਵੰਡੀਆਂ ਦੇ ਅਗੇਂਸਟ ਸਨ, ਚਾਹੇ ਉਹ ਸਮਾਜ ਦੀਆਂ ਸਨ, ਚਾਹੇ ਉਹ ਪੈਸੇ ਦੀਆਂ ਸਨ, ਚਾਹੇ ਉਹ ਵਰਨ ਆਸ਼ਰਮ ਦੀਆਂ ਸਨ, ਚਾਹੇ ਉਹ ਬਾਕੀ ਸਾਰੇ ਜੋ ਧਰਮ ਨੂੰ, ਜੀਵਨ ਨੂੰ ਅਲੱਗ-ਅਲੱਗ ਵਰਨਾਂ ਵਿੱਚ ਵੰਡਿਆ ਹੋਇਆ ਸੀ, ਉਹ ਸਾਰੀਆਂ ਵੰਡੀਆਂ ਦੇ ਅਗੇਂਸਟ ਸਨ। ਉਹ ਏਕਤਾ ਦੇ ਪੁਜਾਰੀ ਸਨ, ਏਕੇ ਦੇ ਪੁਜਾਰੀ ਸਨ, ਇੱਕ ਅਕਾਲ ਪੁਰਖ ਦੇ ਪੁਜਾਰੀ ਸਨ। ਅਤੇ ਇੱਕ ਅਕਾਲ ਪੁਰਖ ਕਦੀ ਵੰਡੀਆਂ ਦਾ ਹਾਮੀ ਨਹੀਂ ਹੋ ਸਕਦਾ। ਗੁਰੂ ਅਮਰਦਾਸ ਜੀ ਤਾਂ ਸਾਰੀ ਉਮਰ ਸੇਵਾ ਕਰਦੇ ਰਹੇ। ਗੁਰੂ ਅੰਗਦ ਦੇਵ ਜੀ ਨੂੰ ਜਦੋਂ ਗੁਰਗੱਦੀ ਤੱਕ ਐਲੀਵੇਟ ਕੀਤਾ ਗਿਆ, ਭਾਈ ਲਹਿਣਾ ਜੀ ਤੋਂ ਜਦੋਂ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਬਣਾਇਆ ਗਿਆ, ਤਾਂ ਉਹਨਾਂ ਦਾ ਇਮਤਿਹਾਨ ਕਿੱਥੇ ਹੋਇਆ? ਕਰਤਾਰਪੁਰ ਦੇ ਖੇਤਾਂ ਵਿੱਚ। ਗੁਰੂ ਨਾਨਕ ਨਾਲ ਮੇਲ ਹੋਇਆ ਕਰਤਾਰਪੁਰ ਦੇ ਖੇਤਾਂ ਵਿੱਚ। ਗੁਰੂ ਨਾਨਕ ਨਾਲ ਮਿਲ ਕੇ ਖੇਤੀ ਕੀਤੀ ਬਾਬਾ ਲਹਿਣਾ ਜੀ ਨੇ। ਅਤੇ ਫਿਰ ਬਾਬਾ ਲਹਿਣਾ ਜੀ ਦਾ ਇਮਤਿਹਾਨ ਕਿੱਥੇ ਹੋਇਆ? ਕਰਤਾਰਪੁਰ ਦੇ ਖੇਤਾਂ ਵਿੱਚ। ਲੋਟਾ ਮਿੱਟੀ ਦੇ ਵਿੱਚ ਸੁੱਟ ਦਿੱਤਾ ਗਿਆ, ਚਿੱਕੜ ਦੇ ਵਿੱਚ ਸੁੱਟ ਦਿੱਤਾ ਗਿਆ, ਅਤੇ ਉਹਨਾਂ ਨੂੰ ਕਿਹਾ ਗਿਆ ਵੀ ਕੱਢ ਕੇ ਲਿਆਓ। ਪੁੱਤਰਾਂ ਨੇ ਨਾ ਕਰ ਦਿੱਤੀ, ਪਰ ਭਾਈ ਲਹਿਣਾ ਜੀ ਕੱਪੜਿਆਂ ਦੀ ਪਰਵਾਹ ਕੀਤੇ ਬਿਨਾਂ ਚਿੱਕੜ ਵਿੱਚ ਚਲੇ ਗਏ ਅਤੇ ਲੋਟਾ ਕੱਢ ਕੇ ਲੈ ਆਏ। ਸੋ ਮਤਲਬ ਕੀ ਹੈ ਕਿ ਕੰਮ ਕਰਨ ਤੋਂ ਗੁਰੇਜ਼ ਨਹੀਂ ਕਰਨਾ। ਕਰਤਾਰਪੁਰ ਦੇ ਖੇਤਾਂ ਵਿੱਚ ਹੀ ਉਹਨਾਂ ਦੀ ਸਿੱਖਿਆ ਹੋਈ। ਜੋ ਭਾਈ ਲਹਿਣਾ ਜੀ ਨੇ ਨੂੰ ਗੁਰੂ ਅੰਗਦ ਦੇਵ ਜੀ ਤੱਕ ਪਹੁੰਚਣ ਦਾ ਜਿਹੜਾ ਰਸਤਾ ਹੈ, ਉਹ ਰਸਤਾ ਕਿਸ ਥਾਂ 'ਤੇ ਉਹਨਾਂ ਨੇ ਤੈਅ ਕੀਤਾ? ਕਰਤਾਰਪੁਰ ਦੇ ਖੇਤਾਂ ਵਿੱਚ। ਗੁਰੂ ਰਾਮਦਾਸ ਜੀ ਦਾ ਇਮਤਿਹਾਨ ਹੋਇਆ। ਗੁਰੂ ਅਮਰਦਾਸ ਜੀ ਤਾਂ ਸਾਰੀ ਉਮਰ ਹੀ ਉਹਨਾਂ ਨੇ ਪਾਣੀ ਢੋ ਕੇ ਹੀ ਗੁਰੂ ਪਦਵੀ ਪ੍ਰਾਪਤ ਕਰ ਲਈ। ਗੁਰੂ ਰਾਮਦਾਸ ਜੀ ਨੂੰ ਵੀ ਜਦੋਂ ਹੁਕਮ ਹੋਇਆ ਕਿ ਥੜੇ ਬਣਾਓ, ਤਾਂ ਇਹ ਵੀ ਹੱਥੀਂ ਕਿਰਤ ਕਰਨਾ ਹੀ ਸੀ। ਸੋ ਹੱਥੀਂ ਕਿਰਤ ਕਰਨ ਦੀ ਇੰਪੋਰਟੈਂਸ ਇਸ ਹੱਦ ਤੱਕ ਸਾਡੇ ਧਰਮ ਦੇ ਵਿੱਚ ਹੈ, ਕਿਉਂਕਿ ਅਸੀਂ ਇਹ ਜੀਵਨ ਜਿਉਣਾ ਹੈ, ਉਦਮ ਕਰਦਿਆਂ ਜੀਵਨ ਜਿਉਣਾ ਹੈ। ਇਹ ਹੀ ਗੁਰੂ ਨਾਨਕ ਦਾ ਰਸਤਾ ਹੈ। ਉਹਨਾਂ ਨੇ ਅਥਰਬਣ ਦਾ ਜਿਹੜਾ ਭਾਰ ਸੀ, ਇਸ ਕਲਯੁਗ ਦੇ ਵਿੱਚੋਂ ਦੀ ਅਥਰਬਣ ਦਾ ਭਾਰ ਸਾਡੇ ਮੋਢਿਆਂ ਤੋਂ ਚੁੱਕ ਦਿੱਤਾ। ਵਹਿਮਾਂ ਭਰਮਾਂ ਦਾ, ਕਰਮ ਕਾਂਡਾਂ ਦਾ ਭਾਰ ਚੁੱਕ ਦਿੱਤਾ। ਸਾਡੇ ਮਨ ਵਿੱਚ ਕੋਈ ਵਹਿਮ ਨਹੀਂ ਰਹਿਣ ਦਿੱਤਾ। ਅਤੇ ਫਿਰ ਜਦੋਂ ਗੁਰੂ ਰਾਮਦਾਸ ਜੀ ਨੇ ਸ਼ਹਿਰ ਵਸਾਇਆ, ਅੰਮ੍ਰਿਤਸਰ ਸ਼ਹਿਰ ਵਸਾਇਆ, ਤਾਂ ਹਰਿਮੰਦਰ ਸਾਹਿਬ ਦੀ ਉਸਾਰੀ ਤੋਂ ਪਹਿਲਾਂ 52 ਕਿੱਤੇ ਉੱਥੇ ਬਾਜ਼ਾਰ, 52 ਬਾਜ਼ਾਰ ਬਣਾਏ ਗਏ। ਜਿਤਨੇ ਕਿੱਤੇ ਉਸ ਵੇਲੇ ਪ੍ਰਵਾਨ ਸਨ, ਉਹ ਸਾਰੇ ਕਿੱਤਿਆਂ ਦੇ ਕਾਰੀਗਰ ਸਨ ਜਿਹੜੇ ਐਸਟੈਬਲਿਸ਼ ਕੀਤੇ ਗਏ। ਅੱਜ ਵੀ ਅੰਮ੍ਰਿਤਸਰ ਜਾਓ, ਸਾਨੂੰ ਬਾਜ਼ਾਰ ਮੋਚੀਆਂ, ਮਿਸ਼ਰੀ ਬਾਜ਼ਾਰ ਬਜਾਜਾਂ, ਬਾਜ਼ਾਰ ਲੋਹਾਰਾਂ, ਬਾਜ਼ਾਰ ਸੁਨਿਆਰਾਂ, ਅਨੇਕਾਂ, ਇਹ ਸਾਰੇ ਕਿੱਤਿਆਂ ਦੇ ਜੋ ਵਪਾਰ ਦੇ ਉਸ ਸਮੇਂ ਦੇ ਢੰਗ ਸਨ, ਉਸ ਸਮੇਂ ਦੇ ਕਿੱਤੇ ਸੀ, ਸਾਰਿਆਂ ਕਿੱਤਿਆਂ ਦੇ ਬਾਜ਼ਾਰ ਮਿਲਦੇ ਸਨ। ਸੋ ਗੁਰੂ ਨਾਨਕ ਸਾਹਿਬ ਨੇ, ਗੁਰੂ ਰਾਮਦਾਸ ਜੀ ਨੇ ਸਭ ਤੋਂ ਪਹਿਲਾਂ ਸ਼ਹਿਰ ਹਰਿਮੰਦਰ ਸਾਹਿਬ ਵਸਾਉਣ ਤੋਂ ਪਹਿਲੇ ਵੀ ਅੰਮ੍ਰਿਤਸਰ ਸ਼ਹਿਰ ਦੀ ਜਿਹੜੀ ਇਕਨੋਮਿਕਲੀ ਉਹਨੂੰ ਸਟਰੋਂਗ ਕੀਤਾ। ਸਾਰੇ ਅੱਜ ਵੀ ਅੰਮ੍ਰਿਤਸਰ ਬੜਾ ਵੱਡਾ ਵਪਾਰ ਦਾ ਕੇਂਦਰ ਹੈ। ਉਸ ਵੇਲੇ ਵੀ ਵਪਾਰ ਦਾ ਕੇਂਦਰ ਸੀ। ਦਿੱਲੀ ਤੱਕ ਵਪਾਰ ਜਾਂਦਾ ਸੀ। ਲੂਣ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਨੇ ਲੂਣ ਅਤੇ ਗੁੜ ਦੀ ਮੰਡੀ ਬਣਾਈ। ਲੱਕੜੀ ਦਾ ਵਪਾਰ ਹੁੰਦਾ ਸੀ, ਲੱਕੜੀ ਦਿੱਲੀ ਤੱਕ ਉੱਥੇ ਜਾਂਦੀ ਸੀ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਸ਼ਹਿਰ ਵਿੱਚ ਵੀ ਸਾਰੇ ਕਿੱਤਿਆਂ ਦੇ ਲੋਕ ਵਸਾਏ। ਅਤੇ ਸਿਰਫ ਕਿੱਤਿਆਂ ਦੇ ਲੋਕ ਨਹੀਂ, ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਹਰ ਕਿੱਤਾ ਪ੍ਰਵਾਨ ਹੈ। ਚਾਹੇ ਉਹ ਕਵੀਆਂ ਦਾ ਕਿੱਤਾ ਹੈ, ਚਾਹੇ ਉਹ ਭੰਡਾਂ ਦਾ ਕਿੱਤਾ ਹੈ, ਚਾਹੇ ਉਹ ਹੋਰ ਬਾਕੀ ਨਕਲ ਸਾਜ਼ ਸਨ, ਨਕਲ ਕਰਕੇ ਐਂਟਰਟੇਨ ਕਰਨ ਵਾਲੇ ਸਨ। ਸਾਨੂੰ ਪਤਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ 52 ਕਵੀ ਸਨ ਜਿਹੜੇ ਅਲੱਗ-ਅਲੱਗ ਤਰ੍ਹਾਂ ਦੀਆਂ ਰਚਨਾਵਾਂ ਕਰਦੇ ਸਨ।
ਹਾਸ ਰਸ ਦੇ ਕਵੀ ਵੀ ਸਨ ਜਿਹੜੇ ਸੰਗਤ ਨੂੰ ਐਂਟਰਟੇਨ ਕਰਦੇ ਸੀ। ਬੜੀਆਂ ਹੀ ਸਾਖੀਆਂ ਐਸੀਆਂ ਮਿਲਦੀਆਂ ਜਦੋਂ ਗੁਰੂ ਸਾਹਿਬ ਆਪ ਮਿਲ ਕੇ ਸੰਗਤ ਦੇ ਨਾਲ ਹੱਸਦੇ ਖੇਡਦੇ ਹਨ, ਕਿਉਂਕਿ ਹੱਸੰਦਿਆਂ ਖੇਡੰਦਿਆਂ ਪਹਿਨੰਦਿਆਂ ਖਵੰਦਿਆਂ ਦਾ ਹੀ ਤਾਂ ਸਾਡਾ ਆਦਰਸ਼ ਹੈ। ਸੋ ਸਾਰੇ ਕਿੱਤਿਆਂ ਦੇ ਲੋਕ ਗੁਰੂ ਸਾਹਿਬ ਨੇ ਅੰਮ੍ਰਿਤਸਰ ਵਿੱਚ ਵਸਾਏ। ਗੁਰੂ ਅਰਜਨ ਦੇਵ ਜੀ ਨੇ ਜਦੋਂ ਹਰਿਮੰਦਰ ਸਾਹਿਬ ਉਸਾਰਿਆ, ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਦੀ ਉਸਾਰੀ ਕੀਤੀ, ਹੋਰ ਵੀ ਬੜੇ ਸ਼ਹਿਰ ਵਸਾਏ। ਸ਼ਹਿਰ ਵਸਾਉਣਾ ਸਰਕਾਰਾਂ ਦੇ ਕੰਮ ਹਨ, ਸ਼ਹਿਰ ਵਸਾਉਣਾ ਸੰਤ ਪੁਰਸ਼ਾਂ ਦੇ ਕੰਮ ਨਹੀਂ ਸਮਝੇ ਜਾਂਦੇ ਸਨ, ਪਰ ਸਾਡੇ ਗੁਰੂ ਸਾਹਿਬਾਨ ਨੇ ਸ਼ਹਿਰ ਵਸਾਏ, ਸਰਕਾਰਾਂ ਦੇ ਕੰਮ ਕੀਤੇ। ਹਰ ਗੁਰੂ ਸਾਹਿਬ ਨੇ ਸ਼ਹਿਰ ਵਸਾਇਆ ਹੈ। ਕਰਤਾਰਪੁਰ ਸਾਹਿਬ ਤਾਂ ਵਸਾਇਆ ਹੀ ਹੈ, ਅਤੇ ਕਰਤਾਰਪੁਰ ਸਾਹਿਬ ਦਾ ਜਿਹੜਾ ਰੂਟੀਨ ਹੈ ਉਹ ਗੁਰੂ ਸਾਹਿਬ ਸਾਰੇ ਸੰਸਾਰ ਨੂੰ ਇੱਕ ਆਦਰਸ਼ ਦੇ ਤੌਰ 'ਤੇ ਦੇਣਾ ਚਾਹੁੰਦੇ ਹਨ ਕਿ ਕਾਰਪੋਰੇਟ ਲਾਈਫ ਜੀਣੀ ਹੈ ਤਾਂ ਐਸੀ ਜੀਓ ਜਿਹੜੀ ਕਰਤਾਰਪੁਰ ਵਿੱਚ ਗੁਰੂ ਸਾਹਿਬ ਨੇ ਜੀ ਕੇ ਦਿਖਾਈ। ਸੋ ਕਰਤਾਰਪੁਰ ਸਾਹਿਬ ਵਸਾਇਆ, ਗੋਇੰਦਵਾਲ ਸਾਹਿਬ ਵਸਾਇਆ, ਅੰਮ੍ਰਿਤਸਰ ਸ਼ਹਿਰ ਵਸਾਇਆ, ਤਰਨ ਤਾਰਨ ਸਾਹਿਬ ਵਸਾਇਆ, ਕੀਰਤਪੁਰ ਸਾਹਿਬ ਵਸਾਇਆ, ਪੌਂਟਾ ਸਾਹਿਬ ਵਸਾਇਆ, ਅਨੰਦਪੁਰ ਸਾਹਿਬ ਵਸਾਇਆ। ਕਿਹੜੇ ਗੁਰੂ ਹਨ ਜਿਨ੍ਹਾਂ ਨੇ ਸ਼ਹਿਰ ਨਹੀਂ ਵਸਾਇਆ? ਸਰਕਾਰਾਂ ਵਾਲੇ ਕੰਮ ਉਹਨਾਂ ਨੇ ਕੀਤੇ, ਸੜਕਾਂ ਬਣਵਾਈਆਂ, ਦਰਖਤ ਲਗਵਾਏ, ਖੂਹ ਪੁਟਵਾਏ, ਪਾਣੀ ਦੀ ਲੋੜ ਪੂਰੀ ਕੀਤੀ। ਇਹ ਸਾਰੇ ਕੰਮ ਸਰਕਾਰਾਂ ਦੇ ਹਨ। ਸਰਕਾਰਾਂ ਟੈਕਸ ਵਸੂਲ ਕਰਦੀਆਂ ਹਨ ਅਤੇ ਇਹ ਸਾਰੇ ਕੰਮ ਕਰਦੀਆਂ ਹਨ। ਗੁਰੂ ਸਾਹਿਬ ਨੇ ਟੈਕਸ ਨਹੀਂ ਵਸੂਲ ਕੀਤਾ, ਕਿਸੇ ਕੋਲੋਂ ਜ਼ਬਰਦਸਤੀ ਟੈਕਸ ਨਹੀਂ ਵਸੂਲ ਕੀਤਾ। ਗੁਰੂ ਸਾਹਿਬ ਨੇ ਸਾਡੇ ਅੰਦਰਲੇ ਤੱਕ ਪਹੁੰਚ ਕੀਤੀ, ਸਾਡੀ ਆਤਮਾ ਤੱਕ ਪਹੁੰਚ ਕੀਤੀ, ਸਾਡੀ ਆਤਮਾ ਨੂੰ ਸਮਝਾਇਆ ਕਿ ਸੋਸ਼ਲੀ ਯੂਜ਼ਫੁਲ ਪ੍ਰੋਡਕਟਿਵ ਐਕਟੀਵਿਟੀ ਕਰਨੀ ਹਰ ਮਨੁੱਖ ਲਈ ਜ਼ਰੂਰੀ ਹੈ, ਕਿਉਂਕਿ ਸਾਡਾ ਮਨੁੱਖ, ਸਾਡਾ ਧਰਮ ਹੈ ਜਿਹੜਾ ਸਮਾਜ ਮੁਖੀ ਧਰਮ ਹੈ, ਅਤੇ ਸਮਾਜ ਸੇਵਾ ਦੇ ਬਿਨਾਂ ਧਰਮ ਦਾ ਇਹ ਧਰਮਸਾਲ, ਸੰਸਾਰ ਨੂੰ ਧਰਮਸਾਲ ਬਣਾਉਣਾ ਹੈ। ਸਮਾਜ ਸੇਵਾ ਦੇ ਬਿਨਾਂ ਸੰਸਾਰ ਧਰਮਸਾਲ ਨਹੀਂ ਬਣ ਸਕਦਾ। ਉਹਨਾਂ ਨੇ ਸਾਡੇ ਅੰਦਰ ਤੱਕ ਪਹੁੰਚ ਕੀਤੀ। ਅੰਦਰ ਤੱਕ ਕੀ ਪਹੁੰਚ ਕੀਤੀ? ਇਹ ਤੁਸੀਂ ਦਸਵੰਧ ਦਿਓ। ਕਿਸੇ ਲਈ ਦਸਵੰਧ ਦੇਣਾ ਕੰਪਲਸਰੀ ਸੀ, ਪਰ ਆਤਮਾ ਦੀ ਪਹੁੰਚ ਤੱਕ ਕਰਕੇ ਕੰਪਲਸਰੀ ਕੀਤਾ। ਸਾਡੇ ਅੰਦਰ ਨੂੰ ਹਲੂਣਾ ਦਿੱਤਾ, ਸਾਡੀ ਆਤਮਾ ਨੂੰ ਜਗਾਇਆ। ਅਸੀਂ ਆਪਣੇ ਸ਼ੌਕ ਨਾਲ ਦਿੰਦੇ ਹਾਂ। ਜੇ ਦਸਵੰਧ ਨਾ ਦਈਏ ਤਾਂ ਗੁਰੂ ਸਾਹਿਬ ਸਾਨੂੰ ਲੰਗਰ ਛਕਣ ਤੋਂ ਮਨਾ ਨਹੀਂ ਕਰਦੇ। ਗੁਰੂ ਸਾਹਿਬ ਸਾਨੂੰ ਗੁਰਦੁਆਰੇ ਆ ਕੇ ਰਾਤ ਠਹਿਰਨ ਤੋਂ ਮਨਾ ਨਹੀਂ ਕਰਦੇ। ਸਾਡਾ ਹੱਕ ਹੈ ਉਹ ਠਹਿਰਨਾ। ਬੇਸ਼ੱਕ ਅਸੀਂ ਦਸਵੰਧ ਦਈਏ ਜਾਂ ਨਾ ਦਈਏ, ਪਰ ਫਿਰ ਵੀ ਕਦੀ ਕਿਸੇ ਗੁਰਦੁਆਰੇ ਵਿੱਚ ਕਮੀ ਆਈ ਹੈ ਮਾਇਆ ਦੀ? ਜਿੰਨੀ ਮਰਜ਼ੀ ਬਿਲਡਿੰਗ ਉਸਾਰੀ ਜਾਓ, ਜਿੰਨੇ ਮਰਜ਼ੀ ਲੰਗਰ ਉਸਾਰੀ ਜਾਓ, ਬਾਹਰ ਤੇ ਲੋਕ ਕਹਿੰਦੇ ਹਨ ਕਿ ਜੀ ਲੰਗਰ ਪੈਸੇ ਹੋਣਗੇ ਤੇ ਤਾਂ ਹੋਏਗਾ। ਇੱਥੇ ਜ਼ਬਰਦਸਤੀ ਕਿਹਾ ਜਾਂਦਾ ਲੰਗਰ ਛਕ ਕੇ ਜਾਣਾ ਜੀ, ਲੰਗਰ ਛਕੇ ਬਿਨਾਂ ਨਹੀਂ ਜਾਣਾ। ਇਹ ਸਾਰਾ ਪੈਸਾ ਕਿੱਥੋਂ ਆਉਂਦਾ? ਜੋ ਗੁਰੂ ਸਾਹਿਬ ਦਸਵੰਧ ਦੀ ਰਕਮ, ਦਸਵੰਧ ਦਾ ਪ੍ਰਥਾ ਬਣਾ ਗਏ ਅਤੇ ਸਾਡੇ ਅੰਦਰ ਆਤਮਾ ਤੱਕ ਪਹੁੰਚ ਕੀਤੀ ਹੈ। ਇੱਕ ਤਰ੍ਹਾਂ ਦਾ ਟੈਕਸ ਸੀ, ਪਰ ਜਬਰੀ ਵਸੂਲ ਕਰਨ ਵਾਲਾ ਟੈਕਸ ਨਹੀਂ ਸੀ। ਇਹ ਐਸਾ ਟੈਕਸ ਸੀ ਜਿਸ ਦੇ ਨਾਲ ਸਮਾਜ ਸੁਧਾਰ ਦੇ ਕੰਮ ਗੁਰੂ ਸਾਹਿਬ ਨੇ ਕੀਤੇ। ਸ਼ਹਿਰ ਵਸਾਏ, ਦਰਖਤ ਲਗਾਏ, ਪਾਣੀ ਦੀਆਂ ਬੌਲੀਆਂ ਬਣਾਈਆਂ, ਖੂਹ ਪੁਟਵਾਏ ਅਤੇ ਹੋਰ ਸਭ ਤਰ੍ਹਾਂ ਦੇ। ਜੇ ਤੁਸੀਂ ਗੁਰੂ ਸਾਹਿਬ ਦੇ ਹੁਕਮਨਾਮੇ ਪੜ੍ਹੋ, ਮਾਤਾ ਜੀ ਦੇ ਹੁਕਮਨਾਮੇ ਪੜ੍ਹੋ। ਮੈਂ ਪਿੱਛੇ ਜੇ ਸਟੱਡੀ ਕੀਤੀ ਕਿ ਮਾਤਾਵਾਂ ਨੇ ਵੀ ਹੁਕਮਨਾਮੇ ਕੱਢੇ। ਮਾਤਾ ਸੁੰਦਰੀ ਜੀ ਨੇ, ਮਾਤਾ ਸਾਹਿਬ ਕੌਰ ਜੀ ਨੇ, ਮਾਤਾ ਗੁਜਰੀ ਜੀ ਨੇ ਸੰਗਤਾਂ ਦੇ ਨਾਮ 'ਤੇ ਹੁਕਮਨਾਮੇ ਕੱਢੇ। ਅਤੇ ਇੱਕ ਹੁਕਮਨਾਮਾ ਕੱਢਿਆ, ਬੇਬੇ ਨੂਪੀ ਦੀ ਲੜਕੀ ਦਾ ਵਿਆਹ ਹੈ, ਉਸ ਨੂੰ ਇੰਨੇ ਪੈਸੇ, 25 ਰੁਪਏ ਦੀ ਉਸ ਵੇਲੇ ਬਹੁਤ ਕੀਮਤ ਸੀ, ਉਸ ਨੂੰ 25 ਰੁਪਏ ਦੇ ਦੇਣਾ। ਮਤਲਬ ਕਿ ਸੰਗਤ ਦੀਆਂ ਪਰਸਨਲ ਲੋੜਾਂ ਵੱਲ ਵੀ ਗੁਰੂ ਸਾਹਿਬ ਨੇ ਖਿਆਲ ਕੀਤਾ, ਮਾਤਾਵਾਂ ਨੇ ਖਿਆਲ ਕੀਤਾ। ਇੱਕ ਟ੍ਰੈਡੀਸ਼ਨ ਬਣ ਗਈ ਕਿ ਸਾਰੀ ਸੰਗਤ ਦਾ ਪੈਸਾ ਸਾਂਝਾ ਹੈ, ਅਤੇ ਜੇ ਇੱਕ ਬੀਬੀ ਨੂੰ ਆਪਣੀ ਬੇਟੀ ਦੇ ਵਿਆਹ ਲਈ ਮਾਇਆ ਦੀ ਲੋੜ ਹੈ ਤਾਂ ਹੁਕਮ ਕੀਤਾ ਗਿਆ ਹੈ ਸੰਗਤ ਨੂੰ। ਫਿਰ ਸੰਗਤ ਨੂੰ ਹੁਕਮ ਕੀਤਾ ਕਿ ਦੋ ਪੁਰਸ਼ਾਂ ਦਾ ਆਪਸ ਵਿੱਚ ਕੋਈ ਮਾਮਲਾ ਹੈ ਅਤੇ ਇਨਸਾਫ ਕਰਨਾ। ਮੈਂ ਤੁਹਾਡੇ ਕੋਲ ਭੇਜ ਰਹੀ ਹਾਂ, ਇਨਸਾਫ ਕਰਨਾ। ਸੋ ਇਹੋ ਜਿਹੀ ਕਾਰਪੋਰੇਟ ਲਾਈਫ ਸਾਨੂੰ ਗੁਰੂ ਸਾਹਿਬ ਨੇ ਸਿਖਾਈ, ਗੁਰੂ ਸਾਹਿਬ ਨੇ ਦੱਸੀ। ਹੁਣ ਜਦੋਂ ਹਰਿਮੰਦਰ ਸਾਹਿਬ ਦੀ ਉਸਾਰੀ ਕੀਤੀ ਗਈ ਤਾਂ ਬਾਬਾ ਬੁੱਢਾ ਜੀ ਆਪ ਟੋਕਰੀ ਢੋ ਰਹੇ ਹਨ, ਭਾਈ ਗੁਰਦਾਸ ਜੀ ਆਪ ਟੋਕਰੀ ਢੋ ਰਹੇ ਹਨ, ਗੁਰੂ ਅਰਜਨ ਸਾਹਿਬ ਆਪ ਟੋਕਰੀ ਢੋ ਰਹੇ ਹਨ। ਜਦੋਂ ਅਕਾਲ ਤਖਤ ਸਾਹਿਬ ਬਾਰੇ ਤੇ ਆਉਂਦਾ ਹੈ, ਇਤਿਹਾਸ ਵਿੱਚ ਆਉਂਦਾ ਹੈ, ਕਿਸੇ ਰਾਜ ਨੇ ਹਾਥ ਲਗਾਇਓ, ਬੁੱਢੇ ਔਰ ਗੁਰਦਾਸ ਬਣਾਇਓ। ਕਿਸੇ ਰਾਜ ਨੂੰ, ਪੇਡ ਲੇਬਰ ਨੂੰ ਹੱਥ ਨਹੀਂ ਲਗਾਉਣ ਦਿੱਤਾ ਕਿ ਅਕਾਲ ਪੁਰਖ ਦਾ ਤਖਤ ਹੈ। ਇੱਥੇ ਲੇਬਰ ਆਫ ਲਵ, ਪਿਆਰ ਦੀ ਜਿਹੜੀ ਲੇਬਰ ਹੈ, ਲੇਬਰ ਆਫ ਲਵ ਹੀ ਇੱਥੇ ਕੰਮ ਆ ਸਕਦੀ ਹੈ, ਕਿਉਂਕਿ ਅਕਾਲ ਪੁਰਖ ਪ੍ਰੇਮ ਦਾ ਭੁੱਖਾ ਹੈ। ਬੇਡੀ ਪ੍ਰੀਤ ਮਜ਼ਦੂਰੀ ਮੰਗਿਆ।
ਭਗਤ ਨਾਮਦੇਵ ਜੀ ਦਾ ਸ਼ਬਦ ਹੈ। ਉਹਨਾਂ ਨੂੰ ਪੁੱਛਦੇ ਹਨ ਤੇ ਤੁਸੀਂ ਆਪਣੇ ਘਰ ਬੜਾ ਸੋਹਣਾ ਬਣਾਇਆ, ਕਿਸ ਨੇ ਬਣਾਇਆ? ਮੈਨੂੰ ਉਹ ਤਰਖਾਣ ਦਾ ਨਾਮ ਤੇ ਦੱਸੋ, ਮੈਂ ਦੁੱਗਣੀ ਮਜ਼ਦੂਰੀ ਦੇਣ ਲਈ ਤਿਆਰ ਹਾਂ, ਪਰ ਮੈਨੂੰ ਇੰਨਾ ਸੋਹਣਾ ਘਰ ਬਣਾ ਕੇ ਦੇਵੇ। ਤੇ ਭਗਤ ਜੀ ਕੀ ਜਵਾਬ ਦਿੰਦੇ ਨੇ? ਬੇਡੀ ਪ੍ਰੀਤ ਮਜ਼ਦੂਰੀ ਮੰਗੈ ਤੋ ਪਹਿਚਾਨ ਛਵਾਈ ਹੋ। ਜੇ ਤੁਸੀਂ ਸੋਹਣਾ ਘਰ ਬਣਵਾਉਣਾ ਹੈ ਨਾ ਤੇ ਪ੍ਰੀਤ ਦੀ ਮਜ਼ਦੂਰੀ ਦੇਣੀ ਪਏਗੀ। ਉਹ ਤਰਖਾਣ ਹੈ ਨਾ, ਜਿਹੜਾ ਅਕਾਲ ਪੁਰਖ ਰੂਪੀ ਤਰਖਾਣ ਹੈ, ਉਹ ਪੈਸੇ ਤੇ ਨਹੀਂ ਰੀਝਦਾ, ਉਹ ਪ੍ਰੇਮ ਤੇ ਰੀਝਦਾ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਦੀ ਗੱਲ ਹੈ। ਸੋ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਅਕਾਲ ਤਖਤ ਸਾਹਿਬ ਬਣਾਇਆ ਤੇ ਕਿਸੇ ਪੇੜ ਲੇਬਰ ਨੂੰ ਹੱਥ ਨਹੀਂ ਲਗਾਉਣ ਦਿੱਤਾ, ਕਿਸੇ ਰਾਜ ਨੇ ਹੱਥ ਲਗਾਇਓ, ਬੁੱਢੇ ਔਰ ਗੁਰਦਾਸ ਬਣਾਇਓ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦਾ ਸਟੇਟਸ ਸਾਨੂੰ ਪਤਾ ਹੈ। ਬਾਬਾ ਬੁੱਢਾ ਜੀ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ, ਭਾਈ ਗੁਰਦਾਸ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ, ਔਰ ਕਿਤਨੇ ਵਿਦਵਾਨ ਸਨ, ਕਿਤਨੇ ਗਿਆਨਵਾਨ ਸਨ। ਇਹ ਜਿਹੜੀ ਤੁਕ ਮੈਂ ਹੁਣ ਸੁਣਾਈ ਹੈ, ਗੁਰਮੁਖ ਭਾਰ ਅਥਤ ਬਣ ਤਾਰਾ, ਕਿ ਗੁਰੂ ਨਾਨਕ ਸਾਹਿਬ ਨੇ ਅਥਤ ਬਣ ਵੇਦ ਦਾ ਭਾਰ ਕਲਯੁਗ ਦੇ ਜੀਆਂ ਤੋਂ ਦੇ ਮੋਢਿਆਂ ਤੋਂ ਚੁੱਕ ਦਿੱਤਾ। ਵਹਿਮਾਂ ਭਰਮਾਂ ਦਾ ਜਿਹੜਾ ਸੀ ਡਰ ਵਿੱਚ ਜੀਵ ਰਹੇ ਸੀ ਵੀ ਜੇ ਇੰਨਾ ਦਾਨ ਨਾ ਕੀਤਾ ਤਾਂ ਕਿਵੇਂ ਬਣੇਗਾ, ਇੰਨਾ ਦਾਨ ਕਰਨ ਦੇ ਪੈਸੇ ਨਹੀਂ, ਇੰਨੇ ਹਵਨ ਨਾ ਕੀਤੇ ਤਾਂ ਕਿਵੇਂ ਸਾਡਾ ਗੁਜ਼ਾਰਾ ਹੋਵੇਗਾ, ਕਿਵੇਂ ਸਾਡਾ ਪਾਰ ਉਤਾਰ, ਸਾਰੇ ਡਰਾਂ ਨੂੰ ਖਤਮ ਕਰ ਦਿੱਤਾ। ਤੇ ਕਲਯੁਗ ਨਾਨਕ ਨਾਮ ਸੁਖਾਲਾ। ਕੀ ਰਸਤਾ ਦੱਸਿਆ? ਨਾਨਕ ਨਾਮ ਸੁਖਾਲਾ, ਸਭ ਤੋਂ ਸੌਖਾ ਰਸਤਾ ਹੈ। ਗੁਰੂ ਨਾਨਕ ਸਾਹਿਬ ਤੇ ਕਹਿੰਦੇ ਨੇ ਅਸੀਂ ਆਮ ਤੌਰ 'ਤੇ ਕਲਯੁਗ ਵਰਤ ਗਿਆ, ਪਰ ਗੁਰੂ ਨਾਨਕ ਸਾਹਿਬ ਤੇ ਕਲਯੁਗ ਉਤਮੋ ਜੁਗਾ ਮਾਏ, ਤੇ ਜੁਗਾਂ ਵਿੱਚ ਉੱਤਮ ਹੈ। ਉੱਤਮ ਕਿਵੇਂ ਹੈ? ਕਿਉਂਕਿ ਇਹਦੇ ਵਿੱਚ ਸਤਯੁਗ ਵਿੱਚ ਕਹਿੰਦੇ ਜੇ ਇੱਕ ਰਾਜੇ ਦੇ ਇੱਕ ਪਰਿਵਾਰ ਦਾ ਕੋਈ, ਇੱਕ ਸ਼ਹਿਰ ਦਾ ਕੋਈ ਬੰਦਾ ਗਲਤ ਕਰਮ ਕਰ ਦਿੰਦਾ ਸੀ, ਸਾਰੇ ਦੇਸ਼ ਨੂੰ, ਇੱਕ ਦੇਸ਼ ਦਾ ਬੰਦਾ ਗਲਤ, ਸਾਰੇ ਦੇਸ਼ ਨੂੰ ਸਜ਼ਾ ਮਿਲ ਜਾਂਦੀ ਸੀ। ਇੱਕ ਸ਼ਹਿਰ ਦਾ ਬੰਦਾ ਗਲਤ ਕੰਮ ਕਰਦਾ ਸੀ, ਸਾਰੇ ਸ਼ਹਿਰ ਨੂੰ ਸਜ਼ਾ ਮਿਲ ਜਾਂਦੀ ਸੀ। ਇੱਕ ਪਰਿਵਾਰ ਦਾ ਜੇ ਬੰਦਾ ਕੋਈ ਗਲਤ ਕੰਮ ਕਰਦਾ ਸੀ ਤਾਂ ਸਾਰੇ ਪਰਿਵਾਰ ਨੂੰ ਸਜ਼ਾ ਮਿਲ ਜਾਂਦੀ ਸੀ। ਪਰ ਕਲਯੁਗ ਦਾ ਐਸਾ ਨਿਆਂ ਹੈ, ਐਸਾ ਧਰਮ ਹੈ ਜਿੱਥੇ ਐਕਰ ਕਰੇ ਸੋ ਐਕਰ ਪਾਏ। ਜਿਹੜਾ ਇਹ ਹੁਣ ਤੋਂ ਗਲਤ ਕੰਮ ਕਰ, ਹੁਣੇ ਹੀ ਤੈਨੂੰ ਸਜ਼ਾ ਮਿਲ ਜਾਣੀ ਆ। ਇਹ ਕੋਈ ਅਗਲੇ ਜਨਮ ਦੀ ਗੱਲ ਨਹੀਂ ਹੈ, ਇਸ ਜਨਮ ਵਿੱਚ ਹੀ ਅਸੀਂ ਭੋਗ ਜਾਣੇ ਹਨ। ਇਹ ਕਲਯੁਗ ਵਿੱਚ ਆਪਣੇ ਕੀਤੇ ਕਰਮਾਂ ਦਾ ਆਪ ਹੀ ਫਲ ਪਾਣਾ ਹੈ। ਸੋ ਇਹ ਕਲਯੁਗ ਦਾ ਜਿਹੜਾ ਅਥਰ ਬਣ ਦਾ ਭਾਰ ਸੀ, ਇਹ ਗੁਰੂ ਨਾਨਕ ਸਾਹਿਬ ਨੇ ਦੂਰ ਕੀਤਾ। ਇਹ ਤੁਕਾਂ ਭਾਈ ਗੁਰਦਾਸ ਦੀਆਂ ਲਿਖੀਆਂ ਹਨ। ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਨੀਆਂ ਲੋੜੀਂਦੀਆਂ ਹਨ। ਸ਼ੁਰੂ ਸੰਸਾਰ ਦੀ ਉਤਪਤੀ ਤੋਂ ਲੈ ਕੇ ਸਾਰਾ ਸਿੱਖ ਇਤਿਹਾਸ ਗੁਰੂ ਹਰਗੋਬਿੰਦ ਸਾਹਿਬ ਤੱਕ ਭਾਈ ਗੁਰਦਾਸ ਜੀ ਨੇ ਚਿੱਤਰ ਦਿੱਤਾ ਹੈ। ਅੱਜ ਜਿੰਨਾ ਵੀ ਸਿੱਖ ਇਤਿਹਾਸ ਮਿਲਦਾ ਹੈ, ਭਾਈ ਗੁਰਦਾਸ ਦੀਆਂ ਵਾਰਾਂ ਸਦਕਾ ਹੀ ਮਿਲਦਾ ਹੈ। ਸੋ ਇਤਨੇ ਗਿਆਨਵਾਨ, ਇਤਨੇ ਉੱਚੀ ਪਦਵੀ ਵਾਲੇ ਇਨਸਾਨ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਕੀਤੀ ਅਤੇ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਦਾ ਦਰਜਾ ਮਿਲਿਆ, ਉਹ ਇਨਸਾਨ, ਉਹ ਗਿਆਨਵਾਨ ਇਨਸਾਨ ਰਾਜ ਦਾ ਕੰਮ ਕਰ ਰਿਹਾ ਹੈ। ਕਿਸੇ ਰਾਜ ਨੇ ਹੱਥ ਲਗਾਇਓ, ਬੁੱਢੇ ਔਰ ਗੁਰਦਾਸ ਬਣਾਇਓ। ਭਾਈ ਬੁੱਢਾ ਜੀ ਤੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਅਕਾਲ ਤਖਤ ਬਣਾਇਆ, ਤੇ ਅਕਾਲ ਤਖਤ ਤੋਂ ਉੱਚਾ ਕੌਣ ਹੋ ਸਕਦਾ ਹੈ? ਅੱਜ ਵੀ ਅਸੀਂ ਬੜੀਆਂ ਗੱਲਾਂ ਕਰਦੇ ਹਨ ਕਿ ਸਿੱਖ ਧਰਮ ਵਿੱਚ ਬੜੀ ਗਿਰਾਵਟ ਆ ਗਈ ਹੈ। ਅਕਾਲ ਤਖਤ ਦੀ ਉਹ ਪੋਜੀਸ਼ਨ ਨਹੀਂ ਰਹੀ, ਪਰ ਮੈਂ ਸਮਝਦੀ ਹਾਂ ਅੱਜ ਵੀ ਅਕਾਲ ਪੁਰਖ ਦੇ ਨਾਮ 'ਤੇ ਲੋਕ ਮਰ ਮਿਟਣ ਲਈ, ਅਕਾਲ ਤਖਤ ਦੇ ਨਾਮ 'ਤੇ ਲੋਕ ਮਰ ਮਿਟਣ ਲਈ ਤਿਆਰ ਹਨ। ਅੱਜ ਵੀ ਜੋ ਹੁਕਮ ਆਵੇ ਅਸੀਂ ਉਸ ਨੂੰ ਸਿਰ ਮੱਥੇ ਮੰਗਦੇ ਹਾਂ। ਬੇਸ਼ੱਕ ਇਤਨੀ ਗਿਰਾਵਟ ਆ ਗਈ ਹੈ। ਇਹ ਜੋ ਹੈ ਇਹ ਉਸੇ ਪ੍ਰੇਮ ਮਜ਼ਦੂਰੀ ਦਾ ਹੀ ਨਤੀਜਾ ਹੈ। ਗੇਡੀ ਪ੍ਰੀਤ ਮਜ਼ਦੂਰੀ ਮੰਗੇ। ਇਹ ਪ੍ਰੀਤ ਦੀ ਮਜ਼ਦੂਰੀ, ਲੇਬਰ ਆਫ ਲਵ, ਜਿਸ ਦਾ ਅਕਾਲ ਤਖਤ ਬਣਾਉਣ ਵੇਲੇ ਲੇਬਰ ਆਫ ਲਵ ਯੂਜ਼ ਕੀਤੀ ਗਈ, ਉਸ ਦਾ ਹੀ ਨਤੀਜਾ ਹੈ। ਅੱਜ ਵੀ ਅਕਾਲ ਤਖਤ ਸਾਡੇ ਮਨਾਂ 'ਤੇ ਰਾਜ ਕਰਦਾ ਹੈ। 6ਵੇਂ ਪਾਤਸ਼ਾਹ ਤੱਕ ਤੇ ਅਸੀਂ ਗੱਲ ਕਰ ਲਈ। 5ਵੇਂ ਪਾਤਸ਼ਾਹ ਦੀ ਇੱਕ ਗੱਲ ਰਹਿ ਗਈ ਕਿ ਉਹਨਾਂ ਨੇ ਵਪਾਰ ਕਰਨਾ ਵੀ ਸਿਖਾਇਆ। ਗੁਰੂ ਰਾਮਦਾਸ ਜੀ ਨੇ ਤੇ ਵਪਾਰੀਆਂ ਸਾਰੇ ਕਿੱਤੇ ਅੰਮ੍ਰਿਤਸਰ ਵਿਖੇ ਐਸਟੈਬਲਿਸ਼ ਕੀਤੇ, ਅਤੇ ਗੁਰੂ ਅਰਜਨ ਦੇਵ ਜੀ ਨੇ ਘੋੜਿਆਂ ਦਾ ਵਪਾਰ ਕਰਨਾ ਸਿਖਾਇਆ। ਅਸੀਂ ਆਮ ਤੌਰ 'ਤੇ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਸਰੂਪ ਆਪਣੇ ਮਨ ਵਿੱਚ ਧਾਰਿਆ ਹੋਇਆ ਕਿ ਉਹਨਾਂ ਨੂੰ ਦੁਨੀਆ ਦਾ ਕੁਝ ਪਤਾ ਹੀ ਨਹੀਂ ਸੀ, ਤੇਰਾ ਕੀਆ ਮਿੱਠਾ ਲਾ ਕੇ ਤੱਤੀ ਤਵੀ 'ਤੇ ਬੈਠ ਗਏ, ਪਰ ਉਹਨਾਂ ਨੇ ਕੋਈ ਇਤਰਾਜ਼ ਨਹੀਂ ਕੀਤਾ। ਬਹੁਤ ਵੱਡੀ ਗੱਲ ਹੈ।
ਇਹ ਅਕਾਲ ਪੁਰਖ ਦਾ ਭਾਣਾ ਮੰਨਣਾ ਬਹੁਤ ਵੱਡੀ ਗੱਲ ਹੈ, ਕਿਸੇ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ। ਪਰ ਅਜਿਹੇ ਗੁਰੂ ਅਰਜਨ ਦੇਵ ਜੀ ਸਾਨੂੰ ਘੋੜਿਆਂ ਦਾ ਵਪਾਰ ਕਰਨਾ ਵੀ ਸਿਖਾ ਰਹੇ ਹਨ। ਕਿੰਨੀ ਕੁ ਕੰਪਲੀਟ ਪਰਸਨੈਲਿਟੀ ਹੋਵੇਗੀ ਇਹ ਸਾਨੂੰ ਸਮਝਣ ਦੀ ਲੋੜ ਹੈ। ਉਹਨਾਂ ਨੂੰ ਪਤਾ ਸੀ ਕਿ ਹੁਣ ਸਮਾਂ ਆ ਰਿਹਾ ਹੈ ਜਦੋਂ ਘੋੜਿਆਂ ਦੀ ਲੋੜ ਪੈਣੀ ਹੈ, ਜੰਗਾਂ ਯੁੱਧਾਂ ਦਾ ਸਮਾਂ ਆ ਰਿਹਾ ਹੈ। ਅੱਜ ਕੱਲ੍ਹ ਤਾਂ ਅਸੀਂ ਟੈਂਕਾਂ ਦੇ ਨਾਲ ਅਤੇ ਬੰਬਾਂ ਦੇ ਨਾਲ ਲੜਾਈਆਂ ਕਰ ਲੈਂਦੇ ਹਨ, ਮਸ਼ੀਨ ਗੰਨਾਂ ਦੇ ਨਾਲ ਲੜਾਈਆਂ ਕਰ ਲੈਂਦੇ ਹਾਂ। ਉਦੋਂ ਘੋੜਿਆਂ ਅਤੇ ਹਾਥੀਆਂ ਨਾਲ ਲੜਾਈਆਂ ਹੁੰਦੀਆਂ ਸੀ। ਘੋੜੇ ਚੁਸਤ ਹੁੰਦੇ ਹਨ, ਤੇਜ਼ੀ ਨਾਲ ਕਿ ਉਹਨਾਂ ਨਾਲ ਲੜਾਈ ਕੀਤੀ ਜਾ ਸਕਦੀ ਹੈ। ਪਰ ਜੇ ਕਿਸੇ ਨੇ ਕਦੀ ਘੋੜੇ ਨੂੰ ਹੱਥ ਹੀ ਨਹੀਂ ਲਗਾਇਆ ਹੋਵੇਗਾ ਤਾਂ ਘੋੜੇ ਨਾਲ ਲੜਨ ਲਈ ਤੇ ਘੋੜੇ 'ਤੇ ਬੈਠ ਕੇ ਲੜਨ ਲਈ ਤਿਆਰ ਕਿੱਥੋਂ ਹੋਏਗਾ। ਸੋ ਗੁਰੂ ਅਰਜਨ ਸਾਹਿਬ ਨੇ ਘੋੜਿਆਂ ਦਾ ਵਪਾਰ ਕਰਨ ਲਈ ਕਾਬਲ ਭੇਜਿਆ ਭਾਈ ਗੁਰਦਾਸ ਜੀ ਨੂੰ। ਇਹ ਸਾਖੀਆਂ ਇਤਿਹਾਸ ਵਿੱਚ ਆਉਂਦੀਆਂ ਹਨ। ਸੋ ਗੁਰੂ ਹਰਿਰਾਏ ਸਾਹਿਬ ਜੀ ਦਾ ਅਗਰ ਅਸੀਂ ਦੇਖੀਏ, ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਬੇਟੇ ਬਾਬਾ ਗੁਰਦਿੱਤਾ ਜੀ ਨੂੰ ਹੁਕਮ ਕੀਤਾ ਕਿ ਉਹ ਕੀਰਤਪੁਰ ਸਾਹਿਬ ਵਸਾਉਣ। ਕੀਰਤਪੁਰ ਸਾਹਿਬ ਬਾਗਾਂ ਦਾ ਸ਼ਹਿਰ ਹੈ। ਹੁਣ ਬਾਗਾਂ ਦਾ ਸ਼ਹਿਰ ਵਸਾਉਣ ਲਈ ਮਾਲੀਆਂ ਨੇ ਤਾਂ ਜ਼ਰੂਰ ਕੰਮ ਕੀਤਾ ਹੋਵੇਗਾ, ਹੱਥੀਂ ਕੰਮ ਕੀਤਾ ਹੋਵੇਗਾ। ਇਟ ਵਾਜ਼ ਅ ਸਿਟੀ ਬਿਊਟੀਫੁਲ ਆਫ ਦੋਜ਼ ਡੇਜ਼। ਅੱਜ ਅਸੀਂ ਚੰਡੀਗੜ੍ਹ ਨੂੰ ਸਿਟੀ ਬਿਊਟੀਫੁਲ ਕਹਿੰਦੇ ਹਾਂ, ਪਰ ਕੀਰਤਪੁਰ ਸਾਹਿਬ ਉਹਨਾਂ ਦਿਨਾਂ ਦਾ ਸਿਟੀ ਬਿਊਟੀਫੁਲ ਸੀ, ਬਾਗਾਂ ਦਾ ਸ਼ਹਿਰ ਸੀ। 9 ਲੱਖਾਂ ਬਾਗ ਉੱਥੋਂ ਦਾ ਅੱਜ ਤੱਕ ਮਸ਼ਹੂਰ ਹੈ। ਬੇਸ਼ੱਕ ਅੱਜ ਅਸੀਂ ਉਹ ਮੇਨਟੇਨ ਨਹੀਂ ਕਰ ਸਕੇ, ਸਾਡੀ ਕੁਤਾਹੀ ਹੈ, ਪਰ ਉਸ ਵੇਲੇ ਬਾਗਾਂ ਦਾ ਸ਼ਹਿਰ ਕਿਹਾ ਜਾਂਦਾ ਸੀ। ਅਸੀਂ ਉਹ ਸਾਖੀ ਵੀ ਪੜ੍ਹਦੇ ਹਾਂ ਕਿ ਗੁਰੂ ਹਰਿਰਾਏ ਸਾਹਿਬ ਜੀ ਸੈਰ ਕਰ ਰਹੇ ਸਨ ਅਤੇ ਇੱਕ ਫੁੱਲ ਟੁੱਟ ਗਿਆ ਅਤੇ ਉਹਨਾਂ ਦੇ ਮਨ ਨੂੰ ਬਹੁਤ ਕੁਛ ਹੋਇਆ ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ, ਜੇ ਵੱਡੇ ਚੋਲੇ ਪਾਣੇ ਹੋਣ ਤਾਂ ਚੋਲਾ ਸੰਭਾਲ ਕੇ ਚੱਲਣਾ ਚਾਹੀਦਾ ਹੈ। ਇਹ ਸਾਨੂੰ ਸਾਖੀ ਸਾਰਿਆਂ ਨੂੰ ਯਾਦ ਹੈ। ਔਰ ਉਸ ਬਾਗਾਂ ਦੇ ਸ਼ਹਿਰ ਦੇ ਵਿੱਚ ਗੁਰੂ ਸਾਹਿਬ ਨੇ ਉਸ ਸਮੇਂ ਲੋੜੀਂਦੀਆਂ, ਉਸ ਸਮੇਂ ਦੀਆਂ ਪ੍ਰਚਲਿਤ ਸਾਰੀਆਂ ਦਵਾਈਆਂ, ਹਰਬਸ, ਜੜੀਆਂ ਬੂਟੀਆਂ ਲਗਾਈਆਂ। ਇਤਿਹਾਸ ਦੱਸਦਾ ਹੈ ਕਿ ਔਰੰਗਜ਼ੇਬ ਦਾ ਭਰਾ ਦਾਰਾ ਸ਼ਿਕੋ, ਉਹ ਜਦੋਂ ਬਿਮਾਰ ਹੋ ਗਿਆ, ਸ਼ਾਹਜਹਾਨ ਦਾ ਪੁੱਤਰ ਸੀ, ਹਿੰਦੁਸਤਾਨ ਦੇ ਬਾਦਸ਼ਾਹ ਦਾ ਪੁੱਤਰ ਸੀ। ਸਾਰੇ ਹਿੰਦੁਸਤਾਨ ਵਿੱਚ ਢੰਡੋਰਾ ਭੇਜਿਆ ਗਿਆ ਕਿ ਇਸ ਨੂੰ ਜੋ ਵੈਦ ਨੇ ਦਵਾਈ ਦੱਸੀ ਹੈ ਉਹ ਦਵਾਈ ਕਿਤੋਂ ਨਹੀਂ ਮਿਲੀ। ਕਿੱਥੋਂ ਮਿਲੀ? ਗੁਰੂ ਹਰਿਰਾਏ ਸਾਹਿਬ ਜੀ ਦੇ ਦਰਬਾਰ ਦੇ ਵਿੱਚੋਂ ਦੀ, ਗੁਰੂ ਹਰਿਰਾਏ ਸਾਹਿਬ ਜੀ ਦੇ ਬਾਗਾਂ ਦੇ ਵਿੱਚੋਂ ਦੀ। ਇਹ ਹੈ ਸੋਸ਼ਲੀ ਯੂਜ਼ਫੁਲ ਪ੍ਰੋਡਕਟਿਵ ਲਾਈਫ ਜਿਉਣੀ, ਜਿਹੜੀ ਸਾਡੇ ਸਾਰੇ ਗੁਰੂ ਸਾਹਿਬਾਨ ਨੇ ਜਿਉਈ। ਅਤੇ ਬਿਮਾਰੀਆਂ ਦੇ ਸਮੇਂ ਤਾਂ ਸਾਰੇ ਹੀ ਗੁਰੂ ਸਾਹਿਬ ਸੇਵਾ ਕਰਦੇ ਰਹੇ। ਕਦੀ ਚੇਚਕ ਫੈਲ ਗਈ, ਕਦੀ ਪਲੇਗ ਫੈਲ ਗਈ, ਕਦੀ ਕਾਲ ਪੈ ਗਿਆ, ਸਾਰੇ ਗੁਰੂ ਸਾਹਿਬਾਨ ਨੇ ਸੇਵਾ ਕੀਤੀ। ਗੁਰੂ ਅਰਜਨ ਸਾਹਿਬ ਬਾਰੇ ਤਾਂ ਕਹਿੰਦੇ ਹਨ ਕਿ ਉਹ ਜਾਂਦੇ ਸਨ, ਜਦੋਂ ਸੰਗਤ ਆਂਦੀ ਹੁੰਦੀ ਸੀ ਉਹਨਾਂ ਦੇ ਦਰਸ਼ਨਾਂ ਲਈ ਤਾਂ ਅੱਗੋਂ ਚਲੇ ਜਾਂਦੇ ਸੀ। ਰਾਤ ਨੂੰ ਸੰਗਤ ਦੀ ਮੁੱਠੀ ਚਾਪੀ ਕਰਦੇ ਸੀ, ਸੇਵਾ ਕਰਦੇ ਸਨ, ਲੰਗਰ ਦੇ ਵਿੱਚ ਸੇਵਾ ਕਰਦੇ ਸਨ ਰਾਤ ਨੂੰ, ਅਤੇ ਫਿਰ ਸੰਗਤ ਦੇ ਨਾਲ ਹੀ ਚਲਦੇ ਚਲਦੇ ਉਹ ਦਰਬਾਰ ਸਾਹਿਬ ਤੱਕ ਪਹੁੰਚਦੇ ਸਨ। ਸੋ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਵੀ ਚੇਚਕ ਦੇ ਬਿਮਾਰਾਂ ਦੀ ਸੇਵਾ ਕੀਤੀ। ਸਾਨੂੰ ਸਾਰਿਆਂ ਨੂੰ ਪਤਾ ਹੈ, ਦਿੱਲੀ ਵਿਖੇ ਜਦੋਂ ਗਏ, ਚੇਚਕ ਦੀ ਬਿਮਾਰੀ ਫੈਲੀ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਚੇਚਕ ਦੀ ਬਿਮਾਰੀ ਦੀ ਸੇਵਾ ਕਰਦੇ ਕਰਦੇ, ਬਿਮਾਰਾਂ ਦੀ ਸੇਵਾ ਕਰਦੇ ਕਰਦੇ ਆਪ ਹੀ ਬਿਮਾਰੀ ਦਾ ਸ਼ਿਕਾਰ ਹੋ ਗਏ। ਸੋ ਕਿਹੜੇ ਗੁਰੂ ਸਾਹਿਬ ਹਨ ਜਿਨ੍ਹਾਂ ਨੇ ਲੋਕ ਸੇਵਾ ਦੇ ਕੰਮ ਨਹੀਂ ਕੀਤੇ, ਜਿਨ੍ਹਾਂ ਨੇ ਕਿਰਤ ਨੂੰ ਇੰਪੋਰਟੈਂਸ ਨਹੀਂ ਦਿੱਤੀ, ਹੱਥੀਂ ਕਿਰਤ ਨੂੰ ਇੰਪੋਰਟੈਂਸ ਨਹੀਂ ਦਿੱਤੀ। ਪ੍ਰੋਫੈਸਰ ਪੂਰਨ ਸਿੰਘ ਇੱਕ ਕਵੀ ਹੋਏ ਹਨ, ਸਾਨੂੰ ਸਾਰਿਆਂ ਨੂੰ ਉਹਨਾਂ ਬਾਰੇ ਪਤਾ ਹੈ। ਉਹ ਇੱਕ ਕਵਿਤਾ ਲਿਖਦੇ ਹਨ, ਝੰਡਾ ਬਾਡੀ। ਗੁਰੂ ਨਾਨਕ ਸਾਹਿਬ ਦਾ ਇੱਕ ਸਿੱਖ ਸੀ, ਤਰਖਾਣ ਸੀ, ਬਾਏ ਪ੍ਰੋਫੈਸ਼ਨ ਤਰਖਾਣ ਸੀ। ਉਹਨੂੰ ਪ੍ਰਚਾਰ ਲਈ ਭੇਜਿਆ। ਉਹ ਕਹਿੰਦੇ ਹੁਣ ਕਿਸੇ ਨਾਲ ਕੋਈ ਗੱਲ ਨਹੀਂ ਕਰਦਾ ਸੀ, ਚੁੱਪ ਚੁਪੀਤੇ ਆਪਣਾ ਕੰਮ ਕਰੀ ਜਾਂਦਾ ਸੀ। ਅਤੇ ਉਸ ਚੁੱਪ ਚੁਪੀਤੇ ਕੀਤੀ ਹੋਈ ਕਿਰਤ ਦਾ ਇਤਨਾ ਅਸਰ ਹੋਇਆ ਕਿ ਲੋਕ ਆਪ ਹੀ ਗੁਰੂ ਨਾਨਕ ਵੱਲ ਖਿੱਚੇ ਆਉਂਦੇ ਨਜ਼ਰ ਆਉਂਦੇ। ਅਤੇ ਉਹਨਾਂ ਨੇ ਇਹ ਕਿਹਾ ਹੈ ਕਿ ਪ੍ਰੋਫੈਸਰ ਪੂਰਨ ਸਿੰਘ ਲਿਖ ਕਹਿੰਦੇ ਕੋਈ ਪ੍ਰਚਾਰ ਨਹੀਂ ਸੀ ਕਰਦਾ, ਉਹ ਸਾਡੇ ਵਾਂਗ ਕੋਈ ਲੈਕਚਰ ਨਹੀਂ ਸੀ ਕਰਦਾ ਸੰਗਤ ਵਿੱਚ ਜਾ ਕੇ। ਉਹ ਸਿਰਫ ਆਪਣਾ ਕੰਮ ਚੁਪੀਤੇ, ਆਪਣਾ ਕੰਮ ਭਾਈ ਲਾਲੋ ਦੀ ਤਰ੍ਹਾਂ ਉਹ ਚੁੱਪ ਚੁਪੀਤੇ ਆਪਣਾ ਕੰਮ ਕਰੀ ਜਾ ਰਿਹਾ ਹੈ। ਅਤੇ ਪ੍ਰੋਫੈਸਰ ਪੂਰਨ ਸਿੰਘ ਕਰਦੇ ਹਨ, ਕੀ ਲਿਖਦੇ ਹਨ, ਬੜੀ ਸਖਤ ਗੱਲ ਲਿਖਦੇ ਹਨ, ਪ੍ਰਚਾਰ ਕਰਨਾ ਤਾਂ ਵਿਹਲੜਾਂ ਦਾ ਕੰਮ ਹੈ। ਅਸਲੀ ਪ੍ਰਚਾਰ ਹੱਥੀਂ ਕਿਰਤ ਕਰਨਾ ਹੀ ਅਸਲੀ ਪ੍ਰਚਾਰ ਹੈ। ਭਾਈ ਲਾਲੋ ਉਹ ਇੱਕ ਹੋਰ ਗੱਲ ਲਿਖਦੇ ਹਨ ਕਿ ਭਾਈ ਲਾਲੋ ਦੀ ਰੋਟੀ ਵਿੱਚੋਂ ਜਿਹੜੀ ਦੁੱਧ ਦੀ ਧਾਰਾ ਨਿਕਲੀ, ਉਸ ਦੁੱਧ ਦੀ ਧਾਰਾ ਨੇ ਸਾਰੇ ਸਿੱਖ ਸੰਸਾਰ ਨੂੰ ਹਰਾ ਭਰਾ ਕੀਤਾ ਹੈ। ਉਸ ਦੁੱਧ ਦੀ ਧਾਰਾ ਦੇ ਉਸ ਕਿਰਤ ਦੇ ਸਿਰ 'ਤੇ ਹੀ ਸਾਡਾ ਸਾਰਾ ਸੰਸਾਰ ਜਿਉਂਦਾ ਹੈ। ਸਾਡਾ ਸਾਰਾ ਸਿੱਖ ਸੰਸਾਰ ਖਾਏ ਜੀਵੋ ਸਿੱਖ ਸੰਸਾਰ।
ਸਿਖਾਏ ਜੀਵੋ ਸਿੱਖ ਸੰਸਾਰ। ਸਾਡਾ ਸਾਰਾ ਗੁਰੂ ਨਾਨਕ ਦੇ ਭਾਈ ਲਾਲੋ ਦੀ ਕਮਾਈ 'ਤੇ ਹੀ ਜਿਉਂਦਾ ਹੈ। ਸੋ ਫਿਰ ਅਸੀਂ ਕਿਉਂ ਕਹਿੰਦੇ ਹਾਂ ਕਿ ਜੀ ਅਸੀਂ ਧੰਦਿਆਂ ਵਿੱਚ ਪਏ ਹਾਂ? ਕਿਰਤ ਕਰਨਾ ਸਾਡਾ ਰੱਬੀ ਹੱਕ ਹੈ, ਸਾਡਾ ਗੁਰੂ ਨੇ ਦਿੱਤਾ ਹੋਇਆ ਸਾਨੂੰ ਹੱਕ ਹੈ, ਪਰ ਸਾਨੂੰ ਫਰਕ ਸਮਝਣ ਦੀ ਲੋੜ ਹੈ। ਕਿਰਤ ਕੀ ਹੈ ਅਤੇ ਧੰਦਾ ਕੀ ਹੈ? ਧੰਦਾ ਮਾਇਆ ਮੁਖੀ ਹੋ ਕੇ ਕੀਤਾ ਸਾਰੇ ਕੰਮ ਧੰਦੇ ਹਨ, ਅਤੇ ਗੁਰੂਮੁਖੀ ਹੋ ਕੇ ਕੀਤੇ ਸਾਰੇ ਕੰਮ ਕਿਰਤ ਹਨ। ਚਾਹੇ ਉਹ ਪੈਸਾ ਉਹਨਾਂ ਨਾਲ ਆ ਵੀ ਜਾਏ, ਪਰ ਜੇ ਸਾਡਾ ਧਿਆਨ ਪੈਸੇ ਵੱਲ ਨਹੀਂ ਹੈ ਤਾਂ ਉਹ ਸੱਚੀ ਸੁੱਚੀ ਕਿਰਤ ਬਣ ਜਾਂਦੀ ਹੈ। ਧੰਦਾ ਕਰਦਿਆਂ ਨੇਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਜੋ ਅਸੀਂ ਧੰਦਿਆਂ ਵਿੱਚ ਲੱਗ ਜਾਂਦੇ ਹਨ, ਮਾਇਆ ਮੁਖੀ ਹੋ ਕੇ ਕੰਮ ਕਰਦੇ ਹਾਂ, ਮਾਇਆ ਵੱਲ ਧਿਆਨ ਕਰਕੇ ਕੰਮ ਕਰਦੇ ਹਾਂ, ਤਾਂ ਉਹ ਕਿਰਤ ਸੱਚੀ ਸੁੱਚੀ ਕਿਰਤ ਨਹੀਂ ਰਹਿ ਜਾਂਦੀ, ਸਗੋਂ ਨੇਫਲ ਜਨਮ ਕਮਾਉਂਦਾ। ਬਿਖ ਕੀ ਕਾਰ ਕਮਾਉਣੀ, ਉਹਦੇ ਲਈ ਕੀ ਸ਼ਬਦ ਗੁਰੂ ਸਾਹਿਬ ਨੇ ਯੂਜ਼ ਕੀਤਾ? ਬਿਖ ਦੀ ਕਾਰ ਕਮਾਉਣੀ, ਉਹ ਜ਼ਹਿਰ ਦੇ ਬਰਾਬਰ ਹੈ। ਮਾਇਆ ਕਮਾਉਣ ਦੇ ਧਿਆਨ ਨਾਲ ਕੀਤੀ ਹੋਈ ਕਿਰਤ ਜਿਹੜੀ ਵੀ ਹੋਵੇ, ਭਾਵੇਂ ਦੁਨੀਆ ਦੀ ਨਜ਼ਰਾਂ ਦੇ ਵਿੱਚ ਸੱਚੀ ਸੁੱਚੀ ਕਿਰਤ ਹੋਵੇ, ਉਹ ਸੱਚੀ ਸੁੱਚੀ ਕਿਰਤ ਨਹੀਂ ਹੈ, ਉਹ ਬਿਖ ਕੀ ਕਾਰ ਕਮਾਉਣੀ ਹੈ, ਉਹ ਜ਼ਹਿਰ ਦੀ ਕਾਰ ਕਮਾਉਣ ਦੇ ਬਰਾਬਰ ਹੈ। ਅਤੇ ਜਦੋਂ ਬਿਖ ਦੀ ਕਾਰ ਕਮਾਉਂਦੇ ਹਾਂ ਤਾਂ ਅਸੀਂ ਕੀ ਬਣ ਜਾਂਦੇ ਹਾਂ? ਬਿਖਿਆ ਕੇ ਕੀੜੇ, ਵਿਸ਼ਟਾ ਕੇ ਕੀੜੇ। ਕਿਤਨੇ ਸਖਤ ਸ਼ਬਦ ਗੁਰੂ ਸਾਹਿਬ ਨੇ ਵਰਤੇ ਹਨ। ਵਿਸ਼ਟਾ ਕੇ ਕੀੜੇ ਵਿਸ਼ਟਾ ਮਾਏ ਸਮਾਏ। ਅਸੀਂ ਗੰਦਗੀ ਦੇ ਕੀੜੇ ਬਣ ਜਾਂਦੇ ਹਨ। ਕਿੱਥੇ ਸੱਚੀ ਸੁੱਚੀ ਕਿਰਤ ਜਿਸ ਨੂੰ ਗੁਰੂ ਸਾਹਿਬ ਨੇ ਵਡਿਆਇਆ ਹੈ, ਨਾਮ ਜਪੋ ਵੰਡ ਛਕੋ ਕਿਰਤ ਕਰੋ, ਅਤੇ ਕਿੱਥੇ ਵਿਸ਼ਟਾ ਕੇ ਕੀੜੇ ਵਿਸ਼ਟਾ ਮਾਏ ਸਮਾਏ। ਜਦੋਂ ਅਸੀਂ ਧੰਦਿਆਂ ਨੂੰ, ਕੰਮ ਨੂੰ ਧੰਦੇ ਵਿੱਚ ਬਦਲ ਰਹਿੰਦੇ ਹਾਂ ਤਾਂ ਵਿਸ਼ਟਾ ਕੇ ਕੀੜੇ ਵਿਸ਼ਟਾ ਮਾਏ ਸਮਾਏ ਹੋ ਜਾਂਦੇ ਹਨ। ਜਦੋਂ ਅਸੀਂ ਵਪਾਰ ਕਰਦੇ ਹਾਂ, ਸੱਚ ਵਪਾਰ ਕਰੋ ਵਪਾਰੀ। ਦਰ ਗਿਆ ਨਿਭੈ ਖੇਪ ਤੁਮਾਰੀ, ਮਨ ਹਾਲੀ ਕਿਤਸਾਨੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਉਹੋ ਜਿਹੀ ਕਿਤਸਾਨੀ ਕਰੀਏ ਜਿਹੜੀ ਗੁਰੂ ਨਾਨਕ ਸਾਹਿਬ ਨੇ ਕਿਤਸਾਨੀ ਕੀਤੀ। ਕਿਤਸਾਨੀ ਦਾ ਪਦ ਸਭ ਤੋਂ ਉੱਚਾ ਸਮਝਿਆ ਗਿਆ ਹੈ ਕੰਮਾਂ ਦੇ ਵਿੱਚ, ਕਿਉਂਕਿ ਇਹ ਗੁਰੂ ਦੇ ਨੇੜੇ ਪਹੁੰਚਾਉਂਦਾ ਹੈ। ਇਹ ਐਲੀਮੈਂਟਸ 5 ਐਲੀਮੈਂਟਸ ਦੇ ਨੇੜੇ ਰੱਖਦਾ ਹੈ, ਕੁਦਰਤ ਦੇ ਨੇੜੇ ਰੱਖਦਾ ਹੈ। ਆਓ ਅਸੀਂ ਗੁਰੂ ਨਾਨਕ ਸਾਹਿਬ ਦੇ ਕਿਰਤ ਕਰੋ ਦੇ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਵਸਾਈਏ ਅਤੇ ਉਦਮ ਕਰਿੰਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਪੁੰਜ, ਧਿਆਨ ਦਿਆਂ ਤੂੰ ਪ੍ਰਭ ਮਿਲ, ਨਾਨਕ ਉਤਰੀ ਚਿੰਤ। ਇਹ ਹੀ ਸੰਦੇਸ਼ ਹੈ ਗੁਰੂ ਨਾਨਕ ਸਾਹਿਬ ਦਾ ਇੱਕ ਸੋਹਣਾ ਸਮਾਜ ਜਿੱਤਣ ਲਈ। ਆਖਰ ਸਮਾਜ ਹੈ ਕੀ ਹੈ? ਜੇ ਸਮਾਜ ਦੇ ਚੰਗੇ ਬੰਦੇ ਹਨ ਅਤੇ ਸਮਾਜ ਚੰਗਾ ਹੈ, ਜੇ ਸਮਾਜ ਦੇ ਬੰਦੇ ਮਾੜੇ ਹਨ ਅਤੇ ਸਮਾਜ ਮਾੜਾ ਹੈ। ਸਾਨੂੰ ਉਹ ਸਾਖੀ ਯਾਦ ਹੈ, ਵਸਦੇ ਰਹੋ ਅਤੇ ਉੱਜੜ ਜਾਓ। ਭੈੜੇ ਬੰਦਿਆਂ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਵਸਦੇ ਰਹੋ, ਨਹੀਂ ਜਿੱਥੇ ਜਾਓਗੇ ਉੱਥੇ ਗੰਦ ਫੈਲਾਓਗੇ, ਅਤੇ ਜਿਹੜੇ ਚੰਗੇ ਬੰਦੇ ਸਨ ਉਹਨਾਂ ਨੂੰ ਕਿਹਾ ਉੱਜੜ ਜਾਓ। ਗੁਰੂ ਨਾਨਕ ਸਾਹਿਬ ਨੇ ਸਾਰੇ ਸੰਸਾਰ ਦੇ ਵਿੱਚ ਆਪਣੇ ਸਿੱਖਾਂ ਨੂੰ ਫੈਲਾਇਆ ਤਾਂ ਕਿ ਇਹ ਸੁਨੇਹਾ ਚੰਗਾ ਸਮਾਜ, ਸੋਹਣਾ ਸਮਾਜ ਸਿਰਜਣ ਦਾ, ਇਹ ਸੁਖੀ ਜੀਵਨ ਜਿਉਣ ਦਾ ਜਿਹੜਾ ਅਸੂਲ ਗੁਰੂ ਨਾਨਕ ਸਾਹਿਬ ਨੇ ਦਿੱਤਾ, ਉਹ ਅਸੀਂ ਆਪਣੇ ਜੀਵਨ ਵਿੱਚ ਵੀ ਕਮਾ ਸਕੀਏ ਅਤੇ ਆਪਣੇ ਆਲੇ ਦੁਆਲੇ ਸਮਾਜ ਵਿੱਚ ਵੀ ਇਹ ਐਸਾ ਸਮਾਜ ਬਣਾਈਏ ਜਿੱਥੇ ਸਾਧ ਸਮੂਹ ਪ੍ਰਸੰਨ ਫਿਰੈ ਜਗ, ਸਤਰ ਸਭੈ ਅਵਲੋਕ ਚਪੇਂਗੇ। ਜਿੱਥੇ ਸਾਧਾਂ ਦੇ ਸਮੂਹ ਖੁਸ਼ ਹੋ ਕੇ ਫਿਰਨ, ਉਹਨਾਂ ਨੂੰ ਕੋਈ ਡਰ ਨਾ ਹੋਵੇ। ਇਹੋ ਜਿਹਾ ਸਮਾਜ ਉਸਾਰਨਾ, ਇਹੋ ਜਿਹਾ ਸਮਾਜ ਸਿਰਜਣਾ ਗੁਰੂ ਸਾਹਿਬ ਨੇ ਲੋਚਿਆ ਸੀ, ਅਤੇ ਉਹ ਸਮਾਜ ਦੀ ਸਿਰਜਣਾ ਗੁਰੂ ਨਾਨਕ ਸਾਹਿਬ ਦੇ ਪੈਰੋਕਾਰ ਹੁੰਦਿਆਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਵੀ ਇਸੇ ਰਸਤੇ 'ਤੇ ਚੱਲਦਿਆਂ ਸੁਖੀ ਜੀਵਨ ਜੀਈਏ। ਹੋਈਆਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।